को मांगै साध जना की सेवा लागै। चार पदार्थ ने धर्म अर्थ काम मोक्ष। कह लिए दो संसारी ने दो निरंकारी ने। अर्थ ते काम, काम दा अर्थ है कामनावां साडियां इच्छावां। अर्थ दा अर्थ है दुनिया दा पदार्थ, कोई धन होए, कोई जमीन होए, कोई घर होए, कोई सोना चांदी कुछ भी है, उन्होंने कहते ने अर्थ। अर्थ ते काम संसारी ने, धर्म ते मोख निरंकारी ने। जां कहिए अर्थ ते काम बाहरी ने, धर्म ते मोख अंदरूनी ने। मेरे साहब ने बख्शिश की भी जे कोई इच्छा रखदा चार पदार्थां दी, धर्म दी, अर्थ दी, काम कामना दी, मोख मुक्ति दी। चार पदार्थ जे को मांगै साध जना की सेवा लागे। कोई व्यर्थ नहीं मुड़ेगा कदे भी जिहड़ा गुरु की सेवा वल तुरिया। ठीक है, कोई संसार की इच्छा लैके आया, गुरु भी झोली च पा देंदे ने। हाँ, जिंदगी की शुरुआत किसी न किसी कारण तो हुंदी है। संसार ਦਾ ਵੀ ਭਾਵੇਂ ਕੋਈ ਕਾਰਨ ਬਣਿਆ। ਹਾਂ, ਕਾਰਨ ਤੋਂ ਤੁਰਦਾ ਤੁਰਦਾ ਭਗਤ ਜਨ ਅਕਾਰਨ ਤੱਕ ਪਹੁੰਚ ਜਾਂਦਾ ਹੈ। ਗੁਰਦੁਆਰੇ ਆਉਣ ਦਾ ਭਗਤ ਪੂਰਨ ਸਿੰਘ ਦਾ ਕਾਰਨ ਸੀ ਪ੍ਰਸ਼ਾਦਾ ਛਕਣ ਆਇਆ ਸੀ, ਤੇ ਆਪਾਂ ਤੇ ਕਈ ਵਾਰ ਗੇਟ ਤੇ ਬਰਛਾ ਲੈ ਕੇ ਖਲੋਤੇ ਹੁੰਦੇ ਆ ਵੀ ਕੋਈ ਲੋੜਵੰਦ ਨਾ ਵੜ ਜੇ। ਲੰਗਰ ਮਾੜਾ ਨਹੀਂ ਹੈ, ਆਪਾਂ ਬਹੁਤ ਵਾਰ ਕਈ ਵਾਰ ਲੰਗਰ ਨੂੰ ਨਿੰਦੇ ਹਾਂ ਜੀ। ਲਓ ਜੀ, ਸਿੱਖ ਲੰਗਰ ਛਕਾਈ ਜਾ ਰਹੇ ਨੇ। ਜੇ ਅੱਜ ਦੁਨੀਆ ਕੋਲ ਸਾਡੇ ਕੋਲ ਕਹਿਣ ਵਾਸਤੇ ਹੈ ਤੇ ਉਹਦੇ 'ਚ ਲੰਗਰ ਦਾ ਬੜਾ ਵੱਡਾ ਯੋਗਦਾਨ ਹੈ, ਬਹੁਤ ਵੱਡਾ। ਮੈਂ ਬੇਨਤੀ ਕਰਾਂ, ਭਗਤ ਪੂਰਨ ਸਿੰਘ ਪਹਿਲੋਂ ਲੰਗਰ ਹੀ ਛਕਣ ਆਏ ਸੀ। ਕੋਈ ਨਾ ਕੋਈ ਕਾਰਨ ਹੋਏਗਾ। ਹਾਂ, ਕਾਰਨ ਛੁੱਟ ਜਾਂਦਾ ਹੈ, ਇੱਕ ਦਿਨ ਅਕਾਰਨ ਪ੍ਰੀਤ ਪੈਦਾ ਹੋ ਜਾਂਦੀ ਹੈ। ਫਿਰ ਲੰਗਰ ਦਾ ਕਾਰਨ ਛੁੱਟ ਗਿਆ ਇਕੱਲਾ। ਫਿਰ ਭਗਤ ਪੂਰਨ ਸਿੰਘ ਇਕੱਲੇ ਲੰਗਰ ਤੱਕ ਹੀ ਨਹੀਂ ਰਹੇ, ਉਹ ਕਿੱਥੋਂ ਤੱਕ ਮਾਨਵਤਾ ਦੀ ਸੇਵਾ ਵਿੱਚ ਲੀਨ ਹੋ ਗਏ। ਭਗਤ ਧਰੂ ਜੀ ਮਾਂ ਨੂੰ ਪੁੱਛਿਆ ਸੀ, ਮਾਂ ਵਿਤਕਰਾ ਕਿਉਂ ਹੈ ਮੇਰੇ ਨਾਲ? ਤੇ ਮਾਂ ਨੇ ਸਿਰ ਪਲੋਸਿਆ ਸੀ, ਪੁੱਤਰ ਆਪਾਂ ਨੂੰ ਰਾਜ ਦਾ ਸੁੱਖ ਤਾਂ ਨਹੀਂ ਮਿਲਿਆ, ਆਪਾਂ ਭਗਤੀ ਨਹੀਂ ਕੀਤੀ। ਤੇ ਮਾਂ, ਜੇ ਮੈਂ ਭਗਤੀ ਕਰੂੰਗਾ ਰਾਜ ਮਿਲ ਜਾਏਗਾ? ਹਾਂ, ਬਿਲਕੁਲ। ਭਗਤ ਧਰੂ ਵੀ ਜਦੋਂ ਭਗਤੀ ਕਰਨ ਤੁਰਦਾ ਰੱਬ ਦੇ ਮਿਲਾਪ ਵਾਸਤੇ ਨਹੀਂ ਸੀ ਤੁਰਿਆ। ਮਾਂ ਨੇ ਕਿਹਾ ਸੀ ਰਾਜ ਮਿਲੇਗਾ, ਰਾਜ ਲੈਣ ਵਾਸਤੇ ਤੁਰਿਆ ਸੀ। ਇੱਕ ਦਿਨ ਰਾਜ ਦੀ ਲਾਲਸਾ ਛੁੱਟ ਗਈ, ਉਸ ਕਰਤੇ ਦੀ ਲਾਲਸਾ ਪੈਦਾ ਹੋਈ। ਫਿਰ ਕੈਸਾ ਅਟਲ ਰਾਜ ਰੱਬ ਨੇ ਬਖਸ਼ਿਆ। ਧਰੂ ਆਪਾਂ ਤਾਰੇ ਨੂੰ ਵੀ ਕਹਿੰਦੇ ਹਾਂ ਜਿਹੜਾ ਦਿਸ਼ਾ ਨਹੀਂ ਬਦਲਦਾ। ਉਸ ਭਗਤ ਧਰੂ ਦੀ ਅਡੋਲਤਾ ਕਰਕੇ ਇੱਕ ਤਾਰੇ ਨੂੰ ਵੀ ਧਰੂ ਕਿਹਾ ਜਾਂਦਾ ਹੈ। ਤਾਂ ਮੈਂ ਬੇਨਤੀ ਕਰ ਰਿਹਾ, ਨਮਿਤ ਨੂੰ ਸਾਹਮਣੇ ਰੱਖ ਕੇ ਫਿਰ ਇੱਕ ਦਿਨ ਬਿਰਤੀ ਨਿੱਤ ਤੱਕ ਚਲੀ ਜਾਂਦੀ ਹੈ। ਠੀਕ ਹੈ, ਕੋਈ ਇੱਛਾ ਰੱਖੀ ਆ ਮਿਲ ਜਾਏਗਾ, ਆ ਮਿਲ ਜਾਏਗਾ, ਕਾਰਨ ਸੀ ਕੋਈ। ਕਾਰਨ ਤੋਂ ਬਿਨਾਂ ਕੋਈ ਵੀ ਸ਼ੁਰੂਆਤ ਨਹੀਂ ਹੁੰਦੀ। ਪਰ ਕਾਰਨ ਤੁਰਦਿਆਂ ਤੁਰਦਿਆਂ ਇੱਕ ਦਿਨ ਅਕਾਰਨ ਹੋ ਜਾਏ, ਉਹਦੇ 'ਚ ਕੋਈ ਉੱਥੇ ਨਮਿਤ ਦੀ ਇੱਛਾ ਨਹੀਂ ਰਹਿ ਜਾਂਦੀ। ਫਿਰ ਨਿੱਤ ਦੀ ਚਾਹਤ ਜੀਵਨ 'ਚੋਂ ਪੈਦਾ ਹੋ ਜਾਂਦੀ ਹੈ। ਸੋ ਗੁਰੂਦੇਵ ਨੇ ਮਾੜੇ ਨਹੀਂ ਕਹੇ ਪਦਾਰਥ। ਜੇ ਕਿਸੇ ਕਾਰਨ ਵੀ ਗੁਰੂ ਕੋਲ ਆਏ ਆ, ਮਾੜਾ ਨਹੀਂ ਹੈ। ਪਰ ਇਹ ਨਾ ਹੋਏ ਵੀ ਸਾਰੀ ਜ਼ਿੰਦਗੀ ਕਾਰ ਹੀ ਮੰਗਦਿਆਂ ਲੰਘ ਜਾਏ, ਸਾਰੀ ਜ਼ਿੰਦਗੀ ਘਰ ਹੀ ਮੰਗਦਿਆਂ ਲੰਘ ਜਾਏ। ਫਿਰ ਤੇ ਇਸ ਤਰ੍ਹਾਂ ਸਮਝੋ, ਇੱਕ ਬੱਚਾ ਊੜਾ ਊਠ ਪੜ੍ਹ ਰਿਹਾ ਸੀ, ਸਾਰੀ ਜ਼ਿੰਦਗੀ ਬੱਚਾ ਊੜਾ ਊਠ ਹੀ ਪੜ੍ਹਦਾ ਰਹੇ। ਆਪਾਂ ਕਹਾਂਗੇ ਵੀ ਇਹਦੀ ਬੁੱਧੀ ਵਿਕਾਸ ਨਹੀਂ ਕਰ ਰਹੀ, ਇਹ ਮੋਟੀ ਮੱਤ ਵਾਲਾ ਹੈ। ਜੇ ਸਾਰੀ ਜ਼ਿੰਦਗੀ ਬੰਦਾ ਉੱਥੇ ਰੁਕਿਆ ਰਹੇ, ਫਿਰ ਸਮਝ ਲਓ ਉਹਨੇ ਆਤਮਿਕ ਤੌਰ 'ਤੇ ਕੋਈ ਤਰੱਕੀ ਨਹੀਂ ਕੀਤੀ। ਤਾਂ ਮੇਰੇ ਸਾਹਿਬ ਆਖਦੇ, ਚਾਰ ਪਦਾਰਥ ਜੇ ਕੋ ਮੰਗੈ ਧਰਮ ਅਰਥ ਕਾਮ ਮੋਖ। ਸਾਧ ਜਨਾਂ ਕੀ ਸੇਵਾ ਲੱਗੈ। ਉਹ ਫਿਰ ਸਾਧ ਜਨਾਂ ਦੀ ਸੇਵਾ 'ਚ ਲੱਗਿਆ। ਮਿਲੇ ਨੇ ਚਾਰ ਪਦਾਰਥਾਂ। ਇੱਕ ਅਵਸਥਾ ਆਈ, ਭਗਤਾਂ ਗੁਰਮੁਖਾਂ ਨੇ ਕਿਹਾ ਸਾਨੂੰ ਹੁਣ ਲੋੜ ਨਹੀਂ ਇਹਦੀ, ਸਾਨੂੰ ਲੋੜ ਨਹੀਂ ਕਿਸੇ ਪਦਵੀ ਦੀ, ਕੋਈ ਲਾਲਸਾ ਨਹੀਂ ਰਹੀ ਜੀਵਨ ਦੇ ਅੰਦਰ। ਜੇ ਕੋ ਆਪਣਾ ਦੁੱਖ ਮਿਟਾਵੇ,
ਅਸੀਂ ਦੁੱਖ ਮਿਟਾਉਣਾ ਚਾਹੁੰਦੇ ਹਾਂ, ਪਰ ਮੁਸ਼ਕਿਲ ਇਹ ਹੈ ਸਾਡੇ ਕੋਲ ਜਿੰਨੇ ਸਾਧਨ ਹੁੰਦੇ ਨੇ ਦੁੱਖ ਭੁਲਾਉਣ ਦੇ ਹੁੰਦੇ ਨੇ। ਆ ਸਮਾਜ ਵਿੱਚ ਵੇਖੋ, ਆਪਾਂ ਕਹਿੰਦੇ ਨਸ਼ਾ ਹੈ, ਉਹ ਕਾਹਤੋਂ ਹੁੰਦਾ ਹੈ? ਨਸ਼ੇ ਥੱਲੇ ਬੰਦਾ ਆਪਣਾ ਕੁਝ ਦੁੱਖ ਲੁਕਾਉਣਾ ਚਾਹ ਰਿਹਾ ਹੈ। ਜਿਹੜਾ ਸਮਾਜ ਜ਼ਿਆਦਾ ਮਨੋਰੰਜਨ ਵੱਲ ਭੱਜ ਰਿਹਾ, ਆਪਣਾ ਦੁੱਖ ਲੁਕਾ ਰਿਹਾ ਮਨੋਰੰਜਨ ਥੱਲੇ। ਕਾਰਨ ਹੈ ਤਾਂ ਹੀ ਹੈ ਨਾ। ਤੇ ਸਾਡੇ ਕੋਲ ਸਾਧਨ ਨੇ ਦੁੱਖ ਲੁਕਾਉਣ ਦੇ, ਆਪਾਂ ਲੁਕਾ ਸਕਦੇ ਹਾਂ। ਮਨ ਹੋਰ ਪਾਸੇ ਲਾਵਾਂਗੇ, ਕਿੰਨਾ ਕੁ ਸਮਾਂ ਲੱਗੇਗਾ, ਫਿਰ ਜ਼ਿਆਦਾ ਮਨ ਵਿੱਚ ਹੋਰ ਉਦਾਸੀ ਛਾ ਜਾਂਦੀ ਹੈ ਬੰਦੇ ਅੰਦਰ। ਉਹ ਨਸ਼ਾ ਵਰਤਿਆ, 2 ਘੜੀਆਂ ਬੰਦਾ ਖੁਸ਼ ਰਿਹਾ, ਫਿਰ ਦੁੱਗਣੀ ਜ਼ਿਆਦਾ ਉਹ ਡਿਪਰੈਸ਼ਨ ਉਦਾਸੀ ਚਲਾ ਜਾਂਦਾ ਹੈ। ਮਨੋਰੰਜਨ ਦੇ ਸਾਧਨ ਵਰਤੇ, 2-2.5 ਘੰਟੇ ਕੋਈ ਮੂਵੀ ਵੇਖੀ ਹੈ, ਬਾਅਦ ਵਿੱਚ ਓਨਾ ਜ਼ਿਆਦਾ ਉਦਾਸ ਹੋ ਜਾਂਦਾ ਹੈ। ਤੋ ਗੁਰਦੇਵ ਸਾਨੂੰ ਬਖਸ਼ਿਸ਼ ਕਰਦੇ ਨੇ, ਕਿਉਂਕਿ ਅਸੀਂ ਦੁੱਖ ਲੁਕਾ ਰਹੇ ਹਾਂ। ਪਤਾ ਹੈ ਸਾਨੂੰ ਵੀ ਜ਼ਿੰਦਗੀ 'ਚ ਦੁੱਖ ਨੇ, ਪਰ ਸਾਹਿਬ ਕਹਿੰਦੇ ਲੁਕਾਓਗੇ ਫਿਰ ਪ੍ਰਗਟ ਹੋ ਜਾਣੇ ਨੇ। ਇਸ ਵਾਸਤੇ ਇਹਨਾਂ ਨੂੰ ਮਿਟਾ ਲਿਆ ਜਾਏ, ਤੇ ਮਿਟਾਏ ਜਾ ਸਕਦੇ ਨੇ ਉਹਦੀ ਯਾਦ ਅੰਦਰ, ਉਹਦੇ ਭਰੋਸੇ ਅੰਦਰ, ਉਹਦੇ ਅਹਿਸਾਸ ਦੇ ਅੰਦਰ। ਬਾਬਰ ਨੇ ਕਿਹਾ ਸੀ ਗੁਰੂ ਨਾਨਕ ਸਤਿਗੁਰੂ, ਆ ਦੇਖੋ ਅੰਗੂਰਾਂ ਦੀ ਇਹ ਬੜੀ ਸੋਹਣੀ ਬਣੀ ਹੋਈ ਸ਼ਰਾਬ ਹੈ, ਆ ਦੇਖੋ ਭੰਗ ਹੈ, ਦੇਖੋ ਰਾਜ ਹੈ ਮੇਰੇ ਕੋਲ। ਧੰਨ ਗੁਰੂ ਨਾਨਕ ਸਤਿਗੁਰ ਕਹਿੰਦੇ ਸਾਨੂੰ ਲੋੜ ਨਹੀਂ ਇਹਦੀ। ਸਾਡੇ ਕੋਲ ਜਿਹੜਾ ਨਾਮ ਦੀ ਮਸਤੀ ਹੈ ਜ਼ਿੰਦਗੀ ਦੇ ਅੰਦਰ, ਨਾਮ ਦੀ ਖੁਆਰੀ ਹੈ, ਇਹ ਸਦੀਵੀ ਰਹਿਣ ਵਾਲੀ। ਸਾਡੇ ਕੋਲ ਮਸਤੀ ਬੜੀ ਸਸਤੀ ਹੁੰਦੀ, ਬਸ 2-4 ਘੰਟੇ ਭੰਗੜੇ ਪਾਏ, ਬਾਅਦ ਵਿੱਚ ਫਿਰ ਸਿਰ ਸੁੱਟ ਕੇ ਬਹਿ ਜਾਂਦੇ ਹਾਂ। 2-4 ਦਿਨ ਹੱਸੇ ਹਾਂ ਬਸ, ਫਿਰ ਉਸੇ ਤਰ੍ਹਾਂ ਡਿਪਰੈਸ਼ਨ, ਨਾਰਾਜ਼ਗੀ ਹੈ। ਸੋ ਜਿਹੜੀ ਸਾਡੇ ਕੋਲ ਮਸਤੀ ਹੈ, ਜਿਹੜੀ ਪਦਾਰਥ ਦੀ, ਉਹ ਬੜੀ ਸਸਤੀ ਮਿਲ ਜਾਂਦੀ ਹੈ। ਪਰ ਜਿਹੜੀ ਆਤਮਿਕ ਖੁਮਾਰੀ ਹੈ, ਹਰ ਰਸ ਪੀਵਤ ਅਲਵਸਤ ਮਤਵਾਰਾ, ਆਣ ਰਸਾ ਸਭ ਹੋਛੇ ਰੇ, ਉਹਦੇ ਕੋਲ ਬੜਾ ਪਰਮ ਰਸ ਆਉਂਦਾ ਹੈ। ਸਾਹਿਬ ਕਹਿੰਦੇ ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਰ ਐਸਾ ਰਸ ਮਾਣ, ਐਸਾ ਨਾਮ ਦਾ ਪਿਆਲਾ ਪੀ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਤੋ ਦੀਵਾਨਾ ਭਇਆ ਤੀਤ। ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਫਿਰ ਮਸਤੀ ਆਏ ਉਤਰੀ ਨਾ ਜੀਵਨ ਦੇ ਅੰਦਰੋਂ। ਤੋ ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਮਿਟਾਉਣਾ ਚਾਹੁੰਦਾ, ਹਰ ਹਰ ਨਾਮ ਹਿਰਦੈ ਸਦ ਗਾਵੇ। ਵਾਹਿਗੁਰੂ ਦਾ ਨਾਮ ਗਾਏ ਜ਼ਰੂਰ, ਕੱਲਾ ਬੁੱਲਾਂ ਤੱਕ ਅੱਖਰਾਂ ਤੱਕ ਨਾ ਰਹਿ ਜਾਏ। ਉਹਦਾ ਸੰਬੰਧ ਹਿਰਦੇ ਨਾਲ ਜਦੋਂ ਜੁੜ ਗਿਆ ਨਾ, ਨਾਮ ਦਾ ਸੰਬੰਧ, ਸਾਹਿਬ ਕਹਿੰਦੇ ਜਾਓ ਦੁੱਖ ਮਿਟ ਜਾਣਗੇ। ਨਾਮ ਹੁੰਦਾ ਜ਼ਿੰਦਗੀ 'ਚ ਕਈ ਵਾਰ, ਪਰ ਹਿਰਦਾ ਨਹੀਂ ਜੁੜਿਆ ਹੁੰਦਾ, ਉੱਥੇ ਅਨੁਭਵ ਨਹੀਂ ਬਣਿਆ ਹੁੰਦਾ, ਬਾਰ-ਬਾਰ ਹੁੰਦਾ, ਉੱਤੋਂ ਉੱਤੋਂ ਹੁੰਦਾ। ਜਿਵੇਂ ਕੋਈ ਕੱਪੜੇ ਸੀਣ ਵਾਲੀ ਮਸ਼ੀਨ, ਉਹਦੇ 'ਚ 2 ਧਾਗੇ ਹੁੰਦੇ ਨੇ, ਇੱਕ ਉੱਤੋਂ ਰੀਲ ਦਾ, ਇੱਕ ਥੱਲੋਂ ਫਿਰਕੀ ਦਾ। ਉਹ ਕਈ ਵਾਰ ਰੀਲ ਦਾ ਧਾਗਾ ਚੱਲ ਰਿਹਾ ਹੁੰਦਾ, ਫਿਰਕੀ ਦਾ ਟੁੱਟਾ ਹੁੰਦਾ, ਲੀਵਰ ਚੁੱਕ ਕੇ ਵੇਖੀਦਾ ਕੱਪੜਾ ਫਿਰ 2 ਫਾੜ ਹੈ। ਇਸੇ ਤਰ੍ਹਾਂ ਬਾਹਰ ਤੋਂ ਧਰਮ ਦੇ ਕਰਮ ਦਾ ਧਾਗਾ ਚੱਲ ਰਿਹਾ, ਹੱਥ ਵਿੱਚ ਗੁਟਕਾ ਵੀ ਹੈ, ਤੀਰਥਾਂ ਦੀ ਯਾਤਰਾ ਵੀ ਹੈ, ਅੰਦਰੋਂ ਸੁਰਤ ਦਾ ਧਾਗਾ ਟੁੱਟਾ ਹੁੰਦਾ ਹੈ। ਫਿਰ ਦੁੱਖ ਕਿੱਥੋਂ ਮਿਟਣ? ਫਿਰ ਆਪਾਂ ਕਹਿੰਦੇ ਦੁੱਖ ਨਹੀਂ ਮਿਟੇ ਜੀ। ਅਰਦਾਸ ਕੀਤੀ ਸੀ ਜੀ, ਪਾਠ ਕੀਤਾ ਸੀ, ਕੀਤਾ ਹੋਏਗਾ ਜ਼ਰੂਰ, ਰੀਲ ਦਾ ਧਾਗਾ ਚੱਲ ਰਿਹਾ ਹੋਏਗਾ ਜ਼ਰੂਰ, ਫਿਰਕੀ ਦਾ ਟੁੱਟਾ ਹੈ, ਸੁਰਤ ਟੁੱਟੀ ਹੋਈ ਹੈ। ਤਾਂ ਕਰਕੇ ਗੁਰਦੇਵ ਕਹਿੰਦੇ ਜੇ ਦੁੱਖ ਮਿਟਾਉਣੇ ਨੇ, ਫਿਰ ਮਾਲਕ ਵਾਹਿਗੁਰੂ ਦੇ ਨਾਮ ਨੂੰ, ਹਰ ਹਰ ਨਾਮ ਹਿਰਦੈ ਸਦ ਗਾਵੇ। ਸਦ ਉੱਥੇ ਜੋ ਚੀਜ਼ ਵਰਤੇਗੀ, ਯਾਦ ਵਿੱਚ ਨਿਰੰਤਰਤਾ ਹੁੰਦੀ, ਕਰਮ ਦੇ ਵਿੱਚ ਕਦੇ ਨਿਰੰਤਰਤਾ ਨਹੀਂ ਹੁੰਦੀ। ਸਦ ਦਾ ਇੱਥੇ ਅਰਥ ਹੈ ਸਦੀਵੀ, ਨਿਰੰਤਰ। ਸੋ ਕਰਮ ਦੇ ਵਿੱਚ ਨਿਰੰਤਰਤਾ ਨਹੀਂ ਹੈ, ਯਾਦ ਵਿੱਚ ਨਿਰੰਤਰਤਾ ਹੈ। ਜੋ ਸਾਡੀ ਯਾਦ ਵਿੱਚ ਹੈ ਨਿਰੰਤਰ, ਸੁੱਤਿਆਂ ਵੀ ਨਹੀਂ ਮਿਟਦਾ। ਜੇ ਕੋ ਆਪਣੀ ਸ਼ੋਭਾ ਲੋਰ ਹੈ, ਮਾੜਾ ਨਹੀਂ ਹੈ ਸ਼ੋਭਾ, ਚੰਗਾ ਹੈ। ਰੱਬ ਦੇ ਪਿਆਰਿਆਂ ਨੇ ਕਿਹਾ, ਵਾਹਿਗੁਰੂ ਕੀ ਕਰਾਂਗਾ ਮੈਂ ਉਸ ਮੁਕਤੀ ਦਾ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ।
ए पंडिया मूँ को ढेड कहत है तेरी पैंज पुछाउंडी होई ला। भगत नामदेव जी ने कहा वाहिगुरू मरण तो बाद मुक्ति नहीं चलती चाहिए मैनू, आ मैनू जिउंदे नूं ये वड्डे जातां वाले ताने मार रहे हैं। तेरे जन नूं भी शोभा चाहिए है, तेरे जन नूं भी सत्कार चाहिए। तो दुनिया दे अंदर शोभा हरेक लभदा है, कोई थोड़ी लभदा होए, कोई बहुती लभदा होए, कोई संसार दी शोभा चाहुंदा होए, कोई निरंकार दी चाहुंदा होए। रब दे प्यारिਆਂ ने बेनती की वाहिगुरू साडे कोल शोभा तेरी चाहिए है। मेरे गोबिंद अपना नाम देओ, मेरे मालिक वाहिगुरू अपने नाम दी दात बख्श। तो मेरे साहब जी बख्शिश करते ने जे शोभा विचों निरंतरता वरती है, जिहड़ी शोभा नाम दी खो नहीं सकता। जे को अपनी शोभा लोरै चाहुंदा शोभा, साध संग ए होमै चोर है। साध संगत राही अपनी होमै दा त्याग करदे, बड़ी वड्डी शोभा है, रहेगी शोभा उन्हां दी। एक ते लोकां नूं शोभा कराउणी पैंदी है, कईयां दी शोभा हो जाती है। रब दे प्यारिਆਂ नूं संसार ने सलाया है, मजबूरी कह लीए उन्हां दी। रब दे प्यारिਆਂ दा प्रताप कह लीए, दुनिया दी मजबूरी कह लीए। सच ते सच ही रहेगा, उन्हों छुपाया नहीं जा सकता। तो जिथे रब दे प्यारे नूं शोभा मिलती, जिन्हें हौमै छड्डी है उहदे कोल दो चीज़ां मिल जांदियां ने, एक सेवा ते सिमरन। सेवा ते सिमरन दा ऐसा बस्तर सुरोपा है सिख दे कोल, जे सिख दी पत फिर कोई ला ही नहीं सकता। जे दे कोल सेवा दा बस्तर है, सिमरन दा बस्तर है। जिन्हें संगत विचों हौमे दा त्याग करके दात प्राप्त कीती है। गुरुदेव कहंदे उहदी शोभा निरंतर वरतदी है। जे भाई शोभा चाहुंदे हो, जे को अपनी शोभा लोर है। साध संग ए हौमै छोर है, जे को जन्म मरण ते डरै। जे कोई जन्म मरण तो डरदा होए, वैसे डर सबना दे अंदर है, पर कईयां ने डर भुला लिया। साडे कोल बड़े साधन ने मौत नूं भुलाउण दे, पर मौत नूं गवाउण दा साधन नहीं है कोई। मड़ियां वल दी लंघदे नहीं, लंघ जाइए देखते नहीं, देखते हाँ कहने असी थोड़ा होना है, भुला रहे हैं असी। जबकि गुरुआं ने भगतां ने मौत दा चेता रब दा चेता करा दिंदा है, जिन्हां नूं असल आ जाए। माड़ी नहीं है। जे संसार चों दुनिया चों मौत निकल जाए, मैनूं कहण देना मंदिर भी खाली हो जाने ने, गुरुद्वारे भी खाली होने ने, मसीतां 'च नहीं किसी ने आउणा। मौत ही एक ऐसा नियम है रब दा, जिहड़ा सानू सच वल प्रेरित कर रहा है। जे मौत ना होए फिर मैनूं कहण देना गुरुद्वारे भी किसी ने नहीं होना। तो ये भी याद रखिए, जिवें जिवें बंदे नूं अपना अंत लागे आउंदा है, बंदा बेअंत वल तुरदा है। मैं कहना बड़े मुबारक ने शरीर जिहड़े गुरुद्वारा साहिब आ जाते हैं, पर ज़्यादातर वेखो जितनियां ने उम्र हंडा रही है जां हंडण वाली है, आपां गुरु दे नेड़े हुंदे हां। क्यों? साडा अंत सानू बेअंत वल लिजा रहा है, चेता करा रहा, भलिया हुण भी जुड़ जाए, हुण भी जुड़। तो गुरुदेव बख्शिश करते ने, जन्म मरण जे कोई चाहुंदा है, इहदा डर है जीवन दे अंदर। जे को जन्म मरण ते डरै, साध जना की शरणी परै। डर लगा सी बाबा बुढ़ा जी नूं 12 साल 1518 ईस्वी गुरु नानक साहब जी की शरण विच आए सन। 1506 का उन्हों जन्म है। 1518 नूं गुरु नानक की शरण विच आए, 12 साल के। कद तो आए सी? जन्म मरण का डर लगा सी। ते गुरु की शरण इस तरह की मिली, 125 साल की उम्र चों 113 साल गुरु की सिक्खी कमाई। 98 साल की उम्र च गुरु ग्रंथ साहिब जी का पहला प्रकाश किया दरबार साहिब। 113 साल सिक्खी कमाई। जदों अर्थी गई सी, गुरु हरगोबिंद साहिब जी ने अपना मोढा दिता सी। वेखो, जन्म मरण का डर सी, गुरु कोल आ गया, सतगुरु ने सदीवी मुक्ति दे दी। उत्थे नहीं रहा फिर वो डर।
ਪੈ ਨਹੀਂ ਰਿਹਾ ਜੀਵਨ ਦੇ ਅੰਦਰ। ਤੋ ਸਾਹਿਬ ਕਹਿੰਦੇ ਸਾਧ ਜਨਾਂ ਕੀ ਸ਼ਰਣੀ ਪਰੇ। ਫਿਰ ਸਾਧ ਜਨਾਂ ਦੀ ਜੋ ਸ਼ਰਣੀ ਪਏਗਾ ਉਹਦੇ ਜੀਵਨ 'ਚ ਡਰ ਨਹੀਂ ਵਿਆਪਦਾ। ਉਹ ਜਨਮ ਨੂੰ ਵੀ ਰੱਬ ਦਾ ਭਾਣਾ, ਮਰਨ ਨੂੰ ਵੀ ਰੱਬ ਦਾ ਭਾਣਾ, ਭਾਣੇ 'ਚ ਲੀਨ ਹੋ ਜਾਂਦਾ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸਭ ਤੋਂ ਸ੍ਰੇਸ਼ਟ ਹੈ। ਵੇਖੋ ਸਾਹਿਬ ਨੇ ਬਾਕੀ ਜਿਹੜੇ ਬਚਨ ਆਕੇ, ਜੇ ਕੋਈ 4 ਪਦਾਰਥ ਚਾਹੁੰਦਾ ਹੈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹ ਸਾਧ ਜਨਾਂ ਦੀ ਸੇਵਾ 'ਚ ਲੱਗ ਜਾਏ, ਦੁੱਖ ਮਿਟਾਉਣਾ ਚਾਹੁੰਦਾ ਹੈ, ਹਿਰਦੇ 'ਚ ਨਾਮ ਵਸਾਏ। ਪਰ ਸਾਹਿਬ ਜੀ ਕਹਿੰਦੇ ਜਿਸ ਰੱਬ ਦੇ ਪਿਆਰੇ ਨੂੰ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਹਨੂੰ ਰੱਬ ਦੇ ਦਰਸ਼ਨਾਂ ਦੀ ਪਿਆਸ ਹੋਏ, ਉੱਥੇ ਗੁਰਦੇਵ ਕਹਿੰਦੇ ਨਾਨਕ ਤਾਕੈ ਬਲ ਬਲ ਜਾਸਾ। ਮੈਂ ਉਹਦੇ ਤੋਂ ਬਾਰ-ਬਾਰ ਕੁਰਬਾਨ ਜਾਵਾਂ। ਜਿਹਦੇ ਅੰਦਰ ਸਿੱਧੀ ਉਹਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਉਹ ਵਾਕਿਆ ਹੀ ਬਲਹਾਰ ਜਾਣ ਯੋਗ ਹੈ। ਤੇ ਜਿੱਥੇ ਪਿਆਸ ਨਹੀਂ ਪੈਦਾ ਹੋਈ, ਉਹ ਸੰਸਾਰ ਤੋਂ ਉਦਾਸ ਨਹੀਂ ਕਦੇ ਹੁੰਦਾ। ਆ ਤੁਹਾਡੇ 'ਚ ਨਾਮ ਬਾਣੀ ਦੀ ਪਿਆਸ ਪੈਦਾ ਹੋਈ ਹੈ, ਘਰੋਂ ਉਦਾਸ ਹੋ ਕੇ ਤਾਂ ਹੀ ਗੁਰੂ ਚਰਨਾਂ 'ਚ ਬੈਠੇ ਹੋ ਨਾ। ਜਿਹਦੇ ਅੰਦਰ ਪਿਆਸ ਨਹੀਂ ਹੈ ਸੱਚ ਦੀ, ਉਹ ਤਲਾਸ਼ ਵੀ ਕਿੱਥੋਂ ਕਰੇਗਾ। ਤੁਹਾਡੇ 'ਚ ਪਿਆਸ ਹੀ ਤਲਾਸ਼ ਕਰਨ ਆਏ ਹੋ ਵੀ ਕੁਝ ਨਾ ਕੁਝ ਮਿਲ ਜਾਏ, ਪੜ੍ਹ ਸੁਣ ਕੇ ਥੋੜ੍ਹਾ ਬਹੁਤ ਮਨ ਬਦਲ ਜਾਏ। ਜਿੱਥੇ ਸੱਚ ਮਾਲਕ ਦੀ ਪਿਆਸ ਨਹੀਂ, ਉਹ ਸੰਸਾਰ ਤੋਂ ਉਦਾਸ ਨਹੀਂ। ਜਿਹੜਾ ਉਦਾਸ ਨਹੀਂ, ਉਹ ਤਲਾਸ਼ ਵੀ ਨਹੀਂ ਕਰਦਾ। ਜਿਹਨੇ ਤਲਾਸ਼ ਨਹੀਂ ਕੀਤਾ, ਉਹਨੂੰ ਮਿਲਾਪ ਵੀ ਕਿੱਥੇ ਹੋਣਾ ਹੈ। ਉਹ ਠੀਕ ਹੈ, ਲੰਘ ਗਈ ਕੁਰਸੀ ਬਾਹਰ ਕੱਢ ਲਈ, ਕਦੇ ਅਖਬਾਰ ਪੜ੍ਹ ਲਈ, ਕਦੇ ਟੀਵੀ ਚਲਾ ਲਿਆ, ਪੈਨਸ਼ਨ ਆ ਗਈ, ਚਲੋ ਇੱਕ ਦਿਨ ਫਿਰ ਉਹ ਸਮਾਂ ਆ ਜਾਂਦਾ, ਮਲਕਲ ਮੌਤ ਜਾਵਸੀ ਸਭ ਦਰਵਾਜ਼ੇ ਬੰਦ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੂੰ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਦਰਸ਼ਨਾਂ ਦੀ ਪਿਆਸ ਹੈ। ਨਾਨਕ ਤਾਕੈ ਬਲ ਬਲ ਜਾਸਾ, ਤਾਕੈ ਉਸ ਤੋਂ ਮੈਂ ਬਾਰ-ਬਾਰ ਕੁਰਬਾਨ ਜਾਂਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਪ੍ਰਧਾਨ ਸ੍ਰੇਸ਼ਟ। ਵੋਟਾਂ ਨਾਲ ਨਹੀਂ ਸਾਹਿਬ ਕਹਿੰਦੇ ਚੁਣਿਆ ਗਿਆ। ਇਲੈਕਸ਼ਨ ਵੀ ਉੱਥੇ ਨਹੀਂ ਚੱਲਦੀ, ਸਿਲੈਕਸ਼ਨ ਵੀ ਨਹੀਂ ਚੱਲਦੀ। ਰੱਬ ਦੇ ਦਰ ਘਰ, ਗੁਰੂ ਦੇ ਦਰ ਘਰ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸ੍ਰੇਸ਼ਟ। ਸਾਰੇ ਪੁਰਖਾਂ 'ਚੋਂ ਸਾਹਿਬ ਆਖਦੇ ਨੇ ਉਹ ਸ੍ਰੇਸ਼ਟ ਹੈ। ਸਾਧ ਸੰਗ ਜਾ ਕਾ ਮਿਟਿਆ ਅਭਿਮਾਨ। ਜਿਹਦਾ ਸਤ ਸੰਗਤ ਵਿੱਚ ਅਭਿਮਾਨ ਮਿਟ ਜਾਏ, ਪਤਾ ਹੀ ਨਾ ਲੱਗੇ ਵੀ ਮੈਂ ਆਇਆ, ਇੰਨਾ ਕੁ ਸਰਲ ਸੁਭਾਅ ਹੋ ਜਾਏ। ਜਿਹਦੇ ਅੰਦਰ ਆਪਣੀ ਮੈਂ ਹੀ ਮਿਟ ਗਈ ਪੂਰਨ ਤੌਰ ਤੇ, ਲੱਗੇ ਹੀ ਨਾ ਵੀ ਮੈਂ ਕੀਤੀ ਹੈ ਸੇਵਾ, ਲੱਗੇ ਹੀ ਨਾ ਵੀ ਮੈਂ ਬੈਠਾ ਹਾਂ। ਤੋ ਸਤਿਗੁਰ ਆਖਦੇ ਨੇ ਜਿਹਦਾ ਸੰਗਤ ਵਿੱਚੋਂ ਗੁਰੂ ਦਾ ਗਿਆਨ ਲੈ ਲੈ ਕੇ ਅਭਿਮਾਨ ਮਿਟ ਗਿਆ, ਦੀਵਾਰ ਢਹਿ ਗਈ ਜਿਹੜੀ ਸਾਡੇ ਤੇ ਉਸ ਮਾਲਕ ਦੇ ਵਿਚਕਾਰ ਹੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਉਹ ਸਭ ਤੋਂ ਉੱਚਾ ਹੈ, ਮਹਾਨ ਹੈ। ਜਿਹੜਾ ਰੁੱਖ ਫਲਾਂ ਨਾਲ ਭਰਿਆ ਹੋਏਗਾ, ਉਹ ਝੁਕ ਜਾਂਦਾ ਹੈ, ਨੀਵਾਂ ਹੋ ਜਾਂਦਾ ਹੈ। ਜਿਹਦੇ ਜੀਵਨ 'ਚ ਗੁਣ ਪ੍ਰਗਟ ਹੁੰਦੇ ਨੇ ਨਾ, ਜਾਂ ਗੁਰਦੇਵ ਕਹਿੰਦੇ ਜਿਹੜਾ ਪਲੜਾ ਭਾਰੀ ਹੁੰਦਾ ਹੈ, ਉਹ ਨਿਉ ਜਾਂਦਾ ਹੈ। ਤਕੜੀ ਦੇ 2 ਪਲੜੇ ਹੋਣ, ਹੌਲਾ ਉੱਪਰ ਰਹਿੰਦਾ ਹੈ, ਨਿਵੇਂ ਸੋ ਗੌਰਾ ਹੋਏ। ਜਿਹੜਾ ਨਿਉ ਗਿਆ ਨਾ, ਉਹ ਭਾਰਾ ਹੈ। ਜਿਹਦੇ 'ਚ ਨਿਮਰਤਾ ਹੈ, ਉਹ ਸਮਝ ਲਓ ਵੱਡਾ ਹੈ। ਜਿਹੜਾ ਕਹਿ ਰਿਹਾ ਵੀ ਮੈਂ ਹੀ ਸਭ ਕੁਝ ਹਾਂ, ਉਹ ਬਹੁਤ ਛੋਟਾ ਹੈ ਧਰਮ ਦੇ ਜਗਤ ਵਿੱਚ। ਧਰਮ ਦੇ ਜਗਤ ਵਿੱਚ ਵੱਡੇ ਹੈ ਹੀ ਉਹ। ਤਾਂ ਹੀ ਸਾਹਿਬ ਨੇ ਕਿਹਾ, ਰੱਬ ਦੇ ਪਿਆਰਿਆਂ ਦੇ ਬੋਲ ਜਦੋਂ ਗੁਰੂ ਅਰਜੁਨ ਦੇਵ ਸਾਹਿਬ ਬਾਣੀ ਲਿਖਾ ਰਹੇ ਨੇ, ਗੁਰਦੁਆਰਾ ਰਾਮਸਰ ਸਾਹਿਬ, ਕਾਨਾ ਪੀਲੂ ਛੱਜੂ ਸ਼ਾਹ ਹੁਸੈਨ, ਲਾਹੌਰ ਤੋਂ 3 ਆਏ ਸੀ। ਸਾਹਿਬ ਕਹਿੰਦੇ ਕੌਣ ਹੋ? ਕਹਿੰਦੇ ਅਸੀਂ ਭਗਤ ਹਾਂ। ਸਾਹਿਬ ਜੀ ਕਹਿੰਦੇ ਦੱਸੋ? ਕਹਿਣ ਲੱਗੇ ਸਤਿਗੁਰੂ ਤੁਸੀਂ ਭਗਤਾਂ ਦੀ ਬਾਣੀ ਲਿਖ ਰਹੇ ਹੋ ਨਾ, ਸਾਡੀ ਵੀ ਲਿਖ ਲਓ। ਗੁਰੂ ਅਰਜੁਨ ਦੇਵ ਜੀ ਕਹਿੰਦੇ ਜਿਹੜੇ ਭਗਤਾਂ ਦੀ ਬਾਣੀ ਲਿਖ ਰਹੇ ਆ, ਉਹ ਇਹ ਨਹੀਂ ਕਹਿ ਰਹੇ ਅਸੀਂ ਭਗਤ ਹਾਂ, ਉਹ ਇਹ ਨਹੀਂ ਕਹਿ ਰਹੇ ਭਗਤ ਹਾਂ। ਜਿਹੜਾ ਭਗਤ ਹੋਏ ਉਹ ਕਹਿੰਦਾ ਨਹੀਂ ਹੈ ਮੈਂ ਭਗਤ ਹਾਂ। ਜਿਹੜਾ ਬ੍ਰਹਮ ਗਿਆਨੀ ਹੋਏ ਉਹਨੂੰ ਗੱਡੀ ਤੇ ਲਿਖਾਉਣ ਦੀ ਲੋੜ ਨਹੀਂ ਹੈ, ਬ੍ਰਹਮ ਗਿਆਨੀ 108। ਆ ਸੂਰਜ ਨੂੰ ਕਦੇ ਕਹਿਣ ਦੀ ਲੋੜ ਨਹੀਂ ਹੈ ਵੀ ਮੈਂ ਚਮਕਦਾ, ਪਤਾ ਹੈ ਦੁਨੀਆ ਨੂੰ ਕਹਿਣ ਦੀ ਕੀ ਲੋੜ ਹੈ।
ਤੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਭਗਤ ਜਿਨ੍ਹਾਂ ਦੀ ਬਾਣੀ ਲਿਖ ਰਹੇ ਆ ਨਾ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਡੇ ਮਿੱਤਰ ਤੇ ਇਹ ਨੇ, ਤੁਸੀਂ ਸਾਡੇ ਮਿੱਤਰ ਨਹੀਂ ਬਣ ਸਕਦੇ। ਨਹੀਂ ਸੀ ਸਤਿਗੁਰ ਨੇ ਉਹਨਾਂ ਦੀ ਬਾਣੀ ਦਰਜ ਕੀਤੀ। ਜਿਨ੍ਹਾਂ ਨੇ ਗੁਰਦੇਵ ਨੂੰ ਸੁਣਾਇਆ ਵੀ ਸੀ, ਸਤਿਗੁਰ ਸੁਣਤੇ ਲਓ। ਸਾਹਿਬ ਕਹਿੰਦੇ ਸੁਣਾਓ, ਤਾਂ ਕਹਿਣ ਲੱਗਾ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਖੋਜੈ, ਭੇਦ ਨਾ ਪਾਵੈ ਕੋਈ ਰੇ। ਗੁਰਦੇਵ ਕਹਿੰਦੇ ਤੁਸੀਂ ਮੈਂ ਕਰਦੇ ਹੋ, ਭਗਤ ਤੂੰ ਤੂੰ ਤੇਰਾ ਤੇਰਾ ਕਰਦੇ ਨੇ। ਤੋ ਗੁਰਦੇਵ ਕਹਿੰਦੇ ਸਭ ਤੋਂ ਵੱਡਾ ਹੈ ਉਹ ਜਿਹਦੇ ਜੀਵਨ 'ਚ ਨਿਮਰਤਾ ਆ ਗਈ। ਤੋ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸ੍ਰੇਸ਼ਟ ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਪਿਰਥੀ ਚੰਦ ਕਹਿੰਦਾ ਸੀ ਮੈਂ ਵੱਡਾ, ਪੱਗ ਮੇਰੇ ਸਿਰ ਤੇ ਬੰਨ੍ਹ ਦੋ। ਬਾਬਾ ਬੁੱਢਾ ਜੀ ਨੇ 2 ਦਸਤਾਰਾਂ ਲਿਆਂਦੀਆਂ ਸੀ। ਪੱਗ ਬੰਨ੍ਹਤੀ ਬਾਬਾ ਪਿਰਥੀ ਚੰਦ ਨੂੰ, ਇੱਕ ਦਸਤਾਰ ਗੁਰੂ ਅਰਜੁਨ ਦੇਵ ਸਾਹਿਬ ਜੀ ਨੂੰ। ਕਹਿ ਦਿੱਤਾ ਸੀ ਸੰਸਾਰ ਦੀ ਪੱਗ ਤੇਰੇ ਕੋਲ ਹੈ, ਨਿਰੰਕਾਰ ਦੀ ਪਦਵੀ ਗੁਰੂ ਅਰਜੁਨ ਦੇਵ ਜੀ ਕੋਲ ਹੈ। ਕਿਉਂ? ਕਿਉਂਕਿ ਤੂੰ ਕਹਿ ਰਿਹਾ ਨਾ ਵੀ ਮੈਂ ਵੱਡਾ। ਜਿਹੜਾ ਇਸ ਘਰ 'ਚ ਕਹਿ ਰਿਹਾ ਮੈਂ ਵੱਡਾ, ਸਮਝ ਲਓ ਬਹੁਤ ਛੋਟਾ ਹੈ। ਜਿਹੜਾ ਰੱਬ ਦਾ ਪਿਆਰਾ ਹੈ ਉਹ ਛੋਟਾ ਹੋ ਕੇ ਵੀ ਬਹੁਤ ਵੱਡਾ ਹੈ। ਤੋ ਜਿਹਨੂੰ ਇਹ ਦਾਤ ਮਿਲਦੀ ਹੈ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਰੀਨਾ ਦਾ ਅਰਥ ਹੈ ਰੇਨ, ਡਸਟ। ਜਿਹਦਾ ਮਨ ਸਾਹਿਬ ਕਹਿੰਦੇ ਸੰਗਤ ਦੇ ਚਰਨਾਂ ਦੀ ਸਭ ਦੀ ਧੂੜ ਬਣ ਜਾਏ, ਉਹਦੇ ਜੀਵਨ ਨੂੰ ਕੋਈ ਵੀ ਚੀਜ਼ ਹਰਟ ਨਾ ਕਰ ਸਕੇ। ਆਪਾਂ ਨੂੰ ਕੋਈ ਚੀਜ਼ ਚੁੱਭਦੀ ਹੈ ਕਿਉਂਕਿ ਅੰਦਰ ਹੰਕਾਰ ਹੁੰਦਾ ਹੈ, ਤਾਂ ਚੁੱਭਦੀ ਹੈ। ਸਾਡਾ ਸਨਮਾਨ ਨਹੀਂ ਹੋਇਆ, ਉਹ ਕਈ ਤੇ ਸੱਜਣ ਨਾਰਾਜ਼ ਹੋ ਜਾਂਦੇ ਨੇ, ਭਾਈ ਸਾਹਿਬ ਨੇ ਨਾਮ ਨਹੀਂ ਬੋਲਿਆ ਅਰਦਾਸ 'ਚ। ਸੱਚ ਜਾਣਿਓ, ਧਿਆਨ ਰੱਬ ਦਾ ਨਹੀਂ ਆਉਂਦਾ ਅਰਦਾਸ 'ਚ, ਇਹ ਧਿਆਨ ਰਹਿੰਦਾ ਵੀ ਭਾਈ ਸਾਹਿਬ ਸਾਡਾ ਨਾਮ ਕਦੋਂ ਬੋਲਣਗੇ, ਕਦੋਂ ਬੋਲਣਗੇ। ਰੱਬ ਦਾ ਤੇ ਧਿਆਨ ਬਣਿਆ ਹੀ ਨਹੀਂ ਅਰਦਾਸ 'ਚ, ਆਪਣਾ ਨਾਮ ਹੀ ਸੁਣਨ ਦੀ ਧਿਆਨ ਲੱਗਿਆ ਰਿਹਾ। ਤਾਂ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਇਸ ਵਾਸਤੇ, ਜੇ ਮਾਰਗ ਬੜਾ ਬਰੀਕ ਹੈ। ਮੋਟੀ ਮੱਤ ਵਾਲੇ ਠੀਕ ਹੈ, ਸੰਸਾਰ ਦਾ ਬੜਾ ਕੁਝ ਲੈ ਜਾਂਦੇ ਹੋਏਗੇ। ਨਿਰੰਕਾਰ ਦੇ ਘਰ ਦੀ ਦਾਤ ਕੋਈ ਬਰੀਕ ਵਿਰਲਾ ਰੱਬ ਦਾ ਜਨ ਪ੍ਰਾਪਤ ਕਰਦਾ। ਤੋ ਜਿਨ੍ਹਾਂ ਦਾ ਮਨ ਰੀਨਾ ਹੈ, ਬਹੁਤ ਧੂੜ ਹੈ ਮਨ ਦੇ ਅੰਦਰ, ਮੈਂ ਰਹੀ ਨਹੀਂ ਜੀਵਨ ਦੇ ਅੰਦਰ। ਹਰ ਹਰ ਨਾਮ ਤਿੰਨ ਘਟ ਘਟ ਚੀਨਾ, ਉੱਥੇ ਚੀਨਾ ਉਹਨੇ ਪਛਾਣ ਲਿਆ। ਹਰੇਕ ਘਟ ਦੇ ਅੰਦਰ ਕਰਤੇ ਵਾਹਿਗੁਰੂ ਦੇ ਨਾਮ ਨੂੰ ਮਾਣਿਆ ਪਛਾਣਿਆ ਹੈ। ਜੇਤਾ ਕੀਤਾ ਤੇਤਾ ਨਾਉ, ਵਿੜ ਨਾਵੇਂ ਨਾਹੀ ਕੋ ਥਾਉ। ਇਹ ਅਵਸਥਾ ਹੀ ਉਹਨਾਂ ਦੀ ਹੈ। ਜਿੰਨਾ ਵੀ ਕੋਈ ਰੂਪ ਵੇਖਿਆ, ਧਿਆਨ ਉਸ ਅਰੂਪ ਮਾਲਕ ਵੱਲ ਚਲਾ ਜਾਂਦਾ ਹੈ। ਜਿੰਨਾ ਵੀ ਰੂਪ ਵੇਖਿਆ ਉਹਨੇ ਘਟ ਘਟ ਚੀਨਾਂ ਦੀ ਅਵਸਥਾ ਪ੍ਰਾਪਤ ਕਰ ਲਈ। ਮਨ ਆਪਣੇ ਤੇ ਬੁਰਾ ਮਿਟਾਨਾ, ਜਿਸ ਨੇ ਆਪਣੇ ਮਨ ਤੋਂ ਬੁਰਾ ਮਿਟਾ ਲਿਆ। ਬੰਦਾ ਕਈ ਵਾਰ ਸਮਾਜ ਦਾ ਕਾਨੂੰਨ ਦਾ ਡਰ ਹੁੰਦਾ ਹੈ। ਅਪਰਾਧੀ ਥੋੜ੍ਹੇ ਹੁੰਦੇ ਨੇ, ਪਾਪੀ ਬੜੇ ਜ਼ਿਆਦਾ ਹੁੰਦੇ ਨੇ। ਹੋ ਸਕਦਾ ਅਸੀਂ ਅਪਰਾਧੀ ਨਾ ਬਣ ਸਕੇ ਹੋਈਏ, ਹੋ ਸਕਦਾ ਕੋਈ ਜਿੰਦਰਾ ਨਾ ਭੰਨ ਸਕੇ ਹੋਈਏ, ਹੋ ਸਕਦਾ ਕਿਉਂਕਿ ਕਈ ਵਾਰ ਸਾਡਾ ਆਚਰਣ, ਸਾਡੀਆਂ ਰਵਾਇਤਾਂ ਵੀ ਮਜਬੂਰੀ 'ਚ ਵੱਜੀਆਂ ਹੁੰਦੀਆਂ ਨੇ। ਪਰ ਮਨ 'ਚ ਪਾਪ ਵਰਦਾ ਹੈ, ਮਨ ਕਰਕੇ ਪਾਪੀ ਜ਼ਿਆਦੇ ਹੋ ਜਾਂਦੇ ਨੇ। ਸਮਾਜ ਦਾ ਡਰ, ਕਾਨੂੰਨ ਦਾ ਡਰ, ਲੋਕਾਚਾਰ ਦਾ ਡਰ ਬੰਦੇ ਨੂੰ ਰੋਕ ਲੈਂਦਾ। ਜਿਹੜਾ ਉਸ ਡਰ ਤੋਂ ਅੱਗੇ ਲੰਘ ਜਾਂਦਾ ਹੈ, ਉਹ ਚੋਰ ਬਣ ਜਾਂਦਾ ਹੈ, ਉਹ ਠੱਗ ਬਣ ਜਾਂਦਾ ਹੈ, ਉਹ ਅਪਰਾਧੀ ਬਣ ਜਾਂਦਾ ਹੈ, ਉਹ ਅਤਿਆਚਾਰੀ ਬਣ ਜਾਂਦਾ ਹੈ। ਪਰ ਬੜੇ ਉਸ ਡਰ ਨੂੰ ਪਾਰ ਨਹੀਂ ਕਰਦੇ। ਉਸ ਤੇ ਥੱਲੇ ਮਨ ਹੈ ਜਿਹੜਾ, ਉਹ ਤੇ ਸੋਚ ਹੀ ਰਹੇ, ਕਿਸੇ ਦਾ ਤਨ ਵੇਖ ਲਿਆ ਤਾਂ ਕੰਮ ਹੀ ਹੋ ਗਿਆ, ਕਿਸੇ ਦਾ ਧਨ ਵੇਖ ਲਿਆ ਤਾਂ ਲੋਭੀ ਹੋ ਗਿਆ। ਗੁਰਦੇਵ ਕਹਿੰਦੇ ਮਨ 'ਚ ਇਹ ਨਾ, ਕਈ ਵਾਰ ਜ਼ੁਬਾਨ ਤੋਂ ਮੈਂ ਸੁਣਿਆ, ਕਈ ਵਾਰ ਕਿਸੇ ਨੇ ਮਾੜਾ ਕਰਤਾ ਤੇ ਬੰਦਾ ਕਹਿੰਦਾ ਕੋਈ ਗੱਲ ਨਹੀਂ, ਮੈਂ ਤੇ ਮਾਫ ਕਰਤਾ, ਰੱਬ ਆਪੇ ਬਦਲਾ ਲਏਗਾ। ਮਤਲਬ ਮਨ 'ਚ ਹੈ ਨਾ, ਜੇ ਮਾਫ ਨਹੀਂ ਕੀਤਾ, ਜੇ
ਮਜਬੂਰੀ ਹੋਏਗੀ ਕੋਈ ਤੇਰੇ ਕੋਲ। ਜੇ ਇਹ ਕਹਿ ਰਹੇ ਆ ਨਹੀਂ ਭਾਈ ਸਾਹਿਬ ਜੀ ਅਸੀਂ ਤੇ ਮਾਫ ਕਰਤਾ, ਸਾਨੂੰ ਕੀ ਲੱਗੇ, ਬਾਕੀ ਰੱਬ ਆਪੇ ਵੇਖੇਗਾ। ਉਹ ਪਾਪ ਹੈ ਮਨ ਅੰਦਰ, ਮਲੀਨਤਾ ਹੈ ਮਨ ਅੰਦਰ, ਮਨ ਚੋਂ ਬੁਰਾ ਨਹੀਂ ਮਿਟਿਆ ਜੇ। ਤੋ ਮੇਰੇ ਸਾਹਿਬ ਕਹਿੰਦੇ ਅਸਲ ਜਿਹਨੂੰ ਇਹ ਦਾਤ ਮਿਲਦੀ ਹੈ ਜੀਵਨ ਅੰਦਰ, ਮਨ ਆਪਣੇ ਤੇ ਬੁਰਾ ਮਿਟਾਨਾ, ਕੋਈ ਬੁਰਾ ਲੱਗੇ ਹੀ ਨਾ, ਕੋਈ ਬੁਰਾ ਵਰਤਿਆ ਹੀ ਨਹੀਂ। ਪੇਖੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟ ਉਸ ਸੱਜਣ ਮਾਲਕ ਵਾਹਿਗੁਰੂ ਦੀ ਹੀ ਪ੍ਰਤੀਤ ਹੋ। ਉਸ ਸਾਜਨਾ ਨੂੰ, ਸਾਜਨਾ ਕਰਮਵਾਚਕ ਨਾਮ ਹੈ ਰੱਬ ਦਾ, ਜਿਹੜਾ ਸਾਜਣ ਵਾਲਾ ਹੈ, ਜਿਹਨੇ ਸਭ ਕੁਝ ਸਾਜਿਆ ਹੋਇਆ ਹੈ। ਸਤਿਗੁਰੂ ਆਖਦੇ ਨੇ ਉਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ, ਸੂਖ ਦੁਖ ਜਨ ਸਮ ਦ੍ਰਿਸ਼ਟੇਤਾ। ਜਿਨੇ ਸੁੱਖ ਵੀ ਉਸੇ ਤਰ੍ਹਾਂ ਜਾਣੇ ਆ, ਦੁੱਖ ਵੀ ਉਸੇ ਤਰ੍ਹਾਂ ਜਾਣੇ ਹੈ। ਵੈਸੇ ਇਹ ਅਵਸਥਾ ਗੁਰੂਆਂ ਨੇ ਭਗਤਾਂ ਨੇ ਹੰਡਾਈ ਹੈ। ਆਪਾਂ ਸਾਰੇ ਅਭਿਆਸੀ ਹਾਂ, ਜ਼ਰੂਰ ਸਮਝ ਰਹੇ ਹਾਂ, ਤੁਰ ਰਹੇ ਹਾਂ, ਪਰ ਸੱਚ ਜਾਣਿਓ ਸੁੱਖ ਦੁੱਖ ਬਹੁਤ ਡੂੰਘੇ ਮਹਿਸੂਸ ਹੁੰਦੇ ਨੇ ਬੰਦੇ ਨੂੰ। ਰੱਬ ਦੇ ਪਿਆਰਿਆਂ ਕੋਲ ਆਏ ਜ਼ਰੂਰ, ਸਰੀਰ ਤੋਂ ਮੁੜ ਗਏ, ਸਰੀਰ ਤੱਕ ਆਏ ਆਉਣਗੇ ਜ਼ਰੂਰ। ਮੈਨੂੰ ਕਹਿਣ ਦੇਣਾ ਗੁਰੂ ਅਰਜੁਨ ਦੇਵ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਰੀਰ ਨੂੰ ਛਾਲੇ ਪਏ ਨੇ, ਇਤਿਹਾਸ ਦੱਸਦਾ ਹੈ। ਪਰ ਸਾਹਿਬ ਨੇ ਕਿਹਾ ਸੀ ਸਾਈਂ ਛੋਡੋ ਪ੍ਰੀਤ ਚਾਮ ਸੇ। ਸਾਈਂ ਮੀਆਂ ਮੀਰ ਆ ਕੇ ਜਦੋਂ ਕਲਪ ਗਿਆ, ਸਤਿਗੁਰੂ ਮੇਰੇ ਕੋਲ ਦੇਖਿਆ ਨਹੀਂ ਜਾਂਦਾ, ਸਤਿਗੁਰੂ ਤੁਹਾਡੇ ਤਨ ਦਾ ਕੀ ਹਾਲ ਹੋਇਆ ਹੈ? ਤੇ ਸਾਹਿਬ ਨੇ ਉੱਥੇ ਆਖਿਆ ਸੀ ਸਾਈਂ ਛੋਡੋ ਪ੍ਰੀਤ ਚਾਮ ਸੇ, तन तप रहा है तो क्या हुआ, हम शांत हैं हर नाम से। सौखी गल नहीं है। दुख सुख जर लेना, मैनू कहण देना, अरदास करया करिए सतगुर अगे। ये ना कदे दावा करिए जी मेरे को अवस्था बन गई है, मैं नहीं, पता नहीं मालिक दी कायनात दे अंदर मन कदों तिलक जाता है। सो अरदास करिया करिए वाहिगुरू जो तू वरताउना है मैं बदल ते नहीं सकता, पर उन्होंने जरन की ताकत जरूर दई, मैं जर लवां उस सहार लवां उस। तो जिन्हां ने जर लिया, जिन्हां नूं सहना आ गया, उन्होंने दुनिया च रहना आ गया। मैं कई बार बेनती करदा, जिस नौं नूं सस दे बोल नहीं सहने आए, सस नूं नौं दे नहीं आए, प्यो नूं पुत दे नहीं आए, पुत नूं प्यो दे नहीं आए, की घर च रहना आ जाएगा उन्होंने? जिन्हां नूं सहना नहीं ना आया उन्हां नूं रहना भी ना आया। घर दे जीआं बड़ा कुछ सहना पैंदा है, संसार है इहदे च सहना पैना। जोगियां कोल नहीं, वो तुर पे जंगलां नूं। जिम्मेदारी निभाउणी सौखी थोड़ा है। जोगी कह सकता है जंगल च बह के मैनू क्रोध नहीं आता, किसी लाइन च लगे हाँ फिर पता लगेगा कि क्रोध की हुंदा है, वेट करनी पे जदों सहज की हुंदा है। सो मेरे सतगुर ने बख्शिश की है जिंदगी दे अंदर, जो मालिक वाहिगुरू वरताउंदा है उन्हों ज़र लैना। अरदास साडी होए सच्चे पातशाह, जो वरताउना है वरतना है, मैनू जरन की ताकत जरूर बख्शी। तो जिन्हां दे जीवन दे अंदर दात वरदी सूख दुख जन रब दे प्यारे ने सम बराबर दृष्टेता इको जा लगता। उन्होंने सुख भी वैसा लगा है, उन्होंने दुख भी वैसा लगा। एक गुरु का सिख होया अकाली कौर सिंह जी, जिन्हां ने गुरु ग्रंथ साहिब जी का तुक तत्करा लिखिया। बड़ा महान गुरु का सिख। वो वखरी गल है, असीं ऐसे गुरमुखां दे जीवनियां ना पढ़ते हैं ना सुनाइया जांदियां ने मेरे वर्गियां कोलों। गुरु ग्रंथ साहिब जी का तुक तत्करा लिखिया उन्होंने। हुण ते चलो अजकल साडे कोल ऐप आ गए, साधन आ गए, उन्हां समयां च कोई भी एक शब्द तुक याद हुंदी सी, वो लभी जा सकती सी किहड़े अंग ते किहड़े गुरु दी कित्थे है। होर भी उन्होंने बड़ियां पुस्तकां लिखियां। तो तन ते इक्को जे वस्त्र पा के रखते सन, जी कुर्ती जी पा लैनी, कंबली लैके रखनी। तो किसी ने कहा अकाली जी तुहानू गर्मी नहीं लगती? अकाली कौर सिंह जी कहते वो की हुंदी है? मैं तुहाडे कोल शब्द सुन रहे हैं।
ਜਿਹੜੇ ਰੱਬ ਦੇ ਪਿਆਰੇ ਗੁਰਮੁਖ ਜਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸੁੱਖ ਕੀ ਹੈ ਦੁੱਖ ਕੀ ਹੈ, ਜੋ ਵਰਤ ਰਿਹਾ ਠੀਕ ਹੈ। ਜੇ ਅਸੀਂ ਸੁੱਖ ਦੇ ਪਛਾਣ ਕਰ ਲਈ ਹੈ, ਫਿਰ ਸਾਨੂੰ ਦੁੱਖ, ਰੱਬ ਦੇ ਪਿਆਰੇ ਨੂੰ ਲੱਗਦਾ ਹੀ ਨਹੀਂ ਵੀ ਦੁੱਖ ਹੈ ਕਿ ਸੁੱਖ ਹੈ। ਜੋ ਵਾਹਿਗੁਰੂ ਤੇਰੀ ਰਜ਼ਾ, ਜਿਹੜਾ ਵਰਤਾਰਾ ਤੇਰਾ ਜੀਵਨ 'ਚ ਵਰਤ ਰਿਹਾ ਉਹਨੂੰ ਭਲਾ ਕਰਕੇ, ਸਤ ਕਰਕੇ ਜਿਹੜਾ ਜੀਵਨ 'ਚ ਮੰਨਦਾ ਹੈ, ਉਹ ਸਾਹਿਬ ਕਹਿੰਦੇ ਜਨ ਹੈ, ਉਹ ਸਮ ਦ੍ਰਿਸ਼ਟੇਤਾ ਹੈ। ਫਿਰ ਉੱਥੇ ਜਾ ਕੇ ਨਾਨਕ ਪਾਪ ਪੁੰਨ ਨਹੀਂ ਲੇਪਾ। ਉੱਥੇ ਜਾ ਕੇ ਨਾ ਉਹਨੂੰ ਪਾਪ ਨਾ ਉਹਨੂੰ ਪੁੰਨ, ਨਾ ਉਹ ਪਾਪੀ ਬਣਿਆ ਨਾ ਉਹ ਪੁੰਨੀ ਬਣਿਆ, ਉਹਦੇ 'ਚ ਹੀ ਸਮਾ ਗਈ ਜਿਹੜੀ ਨਦੀ। ਹੁਣ ਨਦੀ ਦੀ ਹੋਂਦ ਕੀ ਰਹਿ ਗਈ ਫਿਰ, ਜਿਹੜੀ ਉਹਦੇ 'ਚ ਹੀ ਸਮਾ ਗਈ ਹੈ। ਜਿਹੜਾ ਰੱਬ ਦੀ ਰਜ਼ਾ 'ਚ ਹੀ ਸਮਾਇਆ, ਮਾਲਕ ਨੇ ਕਿਹਾ ਜਾ ਦਰਵਾਜ਼ੇ 'ਤੇ ਆਇਆ ਰੋਟੀ ਦੇ ਆ, ਰੋਟੀ ਦੇ ਆਇਆ। ਮਾਲਕ ਨੇ ਕਿਹਾ ਜਾ ਦਰਵਾਜ਼ੇ 'ਤੇ ਖੜਕਾ ਰਿਹਾ, ਦਰਵਾਜ਼ਾ ਬੰਦ ਕਰ ਰਿਹਾ, ਨੌਕਰ ਬੰਦ ਕਰ ਰਿਹਾ। ਦੱਸੋ ਉਹਨੂੰ ਪਾਪ ਪੁੰਨ ਕੀ ਲੱਗਾ? ਉਹਨੇ ਤੇ ਮਾਲਕ ਦੀ ਰਜ਼ਾ ਅਪਣਾਈ ਹੈ ਨਾ, ਉਹ ਮਾਲਕ ਜਾਣੇ। ਰੱਬ ਦਾ ਪਿਆਰਾ ਇਸੇ ਤਰ੍ਹਾਂ ਉਹਦੀ ਰਜ਼ਾ 'ਚ ਲੀਨ ਹੋ ਗਿਆ। ਸਾਹਿਬ ਕਹਿੰਦੇ ਉਹ ਪਾਪ ਤੋਂ, ਉਹ ਪੁੰਨ ਤੋਂ, ਕਿਉਂਕਿ ਸਾਡਾ ਪਾਪ ਵੀ ਕਿਸੇ ਸਵਾਰਥ ਦਾ ਵਜ੍ਹਾ ਹੁੰਦਾ, ਪੁੰਨ ਵੀ ਸਵਾਰਥ ਦਾ ਵਜ੍ਹਾ ਹੁੰਦਾ। ਵੀ ਇੱਕ ਦੋ ਕਰੋੜਾਂ ਮਿਲ ਜਾਣਗੇ, ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੈ ਸੰਸਾਰ। ਇਹ ਪਾਪ ਪੁੰਨ ਹੈ। ਜਿੱਥੇ ਪਾਪ ਵੀ ਕਿਸੇ ਸਵਾਰਥ 'ਚ ਹੈ, ਲੋਕੀ ਪੁੰਨ ਵੀ ਆ ਤੀਰਥਾਂ ਜਾ ਰਹੇ ਨੇ ਭੱਜੇ, ਚਲੇ ਜਾਓ ਕੁੰਭ ਦਾ ਇਸ਼ਨਾਨ ਕਰਾਂਗੇ। ਤੋ ਰੱਬ ਦਾ ਪਿਆਰਾ ਕਿਸੇ ਵੀ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ। ਸੋ ਨਾਨਕ ਪਾਪ ਪੁੰਨ ਨਹੀਂ ਲੇਪਾ। ਅੱਗੇ ਸਾਹਿਬ ਆਖਦੇ ਨੇ ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਜਿਵੇਂ ਨਿਰਧਨ ਕੋਲ ਧਨ ਹੋਏ, ਕੋਈ ਧਨ ਮਿਲ ਜਾਏ, ਹੋਰ ਕੀ ਚਾਹੀਦਾ। ਇਸੇ ਤਰ੍ਹਾਂ ਵਾਹਿਗੁਰੂ ਤੇਰਾ ਨਾਮ ਕਿੰਨਾ ਆਤਮਿਕ ਹੁਲਾਸ ਪੈਦਾ ਕਰਨ ਵਾਲਾ ਹੈ। ਨਿਰਧਨ ਵਾਸਤੇ ਤੇਰਾ ਨਾਮ ਸਭ ਤੋਂ ਸ੍ਰੇਸ਼ਟ ਧਨ ਹੈ ਮੇਰੇ ਮਾਲਕ ਵਾਹਿਗੁਰੂ। ਉਹ ਨਿਰਧਨ ਨਹੀਂ ਰਿਹਾ, ਫਿਰ ਉਹ ਗਰੀਬੜਾ ਨਹੀਂ ਰਿਹਾ। ਬੜੇ ਸ਼ਾਹ ਅਮੀਰ ਧਨਵੰਤੇ ਬਣ ਗਏ ਰੱਬ ਦੇ ਪਿਆਰੇ, ਜਿਨ੍ਹਾਂ ਕੋਲ ਸੱਚੀ ਰਾਸ ਪੂੰਜੀ ਹੁੰਦੀ ਹੈ। ਨਿਥਾਵੇਂ ਕੋ ਨਾਉ ਤੇਰਾ ਥਾਉ, ਨਿਥਾਵੇਂ ਨੂੰ ਤੇਰਾ ਨਾਮ ਮਿਲ ਗਿਆ, ਥਾਂ ਮਿਲ ਗਿਆ। ਉਹ ਫਿਰ ਨਿਥਾਵਿਆਂ ਦਾ ਥਾਂ ਬਣ ਗਿਆ, ਉਹ ਨਿਘਰਿਆਂ ਦਾ ਘਰ ਬਣ ਗਿਆ। ਉਹ ਮਾਤਾ ਮਨਸਾ ਦੇਵੀ ਨੇ ਕਿਹਾ ਸੀ ਗੁਰੂ ਅਮਰਦਾਸ ਸਾਹਿਬ ਨੂੰ, ਸਤਿਗੁਰੂ ਕਹਿ ਰਹੇ ਹੋ ਵੀ ਧੀ ਵਾਸਤੇ ਵਰ ਇਹੋ ਹੀ ਹੈ। ਸਤਿਗੁਰੂ ਕੋਈ ਘਰ ਰੋਟੀ ਟੁੱਕ ਦੇਖਣਾ ਪੈਣਾ ਹੈ, ਕੋਈ ਕੁੱਲ ਵੇਖਣੀ ਪੈਣੀ ਹੈ। ਸਤਿਗੁਰੂ ਧੀ ਪੁੱਤ ਦਾ ਰਿਸ਼ਤਾ ਕਰੀਏ, ਰੋਟੀ ਵੇਹਨੇ ਆ, ਘਰ ਵੇਹਨੇ ਆ, ਕੁੱਲ ਵੇਹਨੇ ਆ, ਵੇਖੀਦਾ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਲੀਏ ਹੁਣ ਚਿੰਤਾ ਨਾ ਕਰ, ਇਹਦੇ ਘਰ ਬਾਰੇ ਨਾ ਪੁੱਛ, ਪਤਾ ਨਹੀਂ ਕਿੰਨੇ ਮਹੱਲਾਂ ਵਾਲੇ ਦੇ ਦਰ ਤੇ ਆ ਕੇ ਮੱਥੇ ਰਗੜਨਗੇ। ਇਹਦਾ ਰੋਟੀ ਟੁੱਕ ਨਾ ਪੁੱਛ, ਪਤਾ ਨਹੀਂ ਕਿੰਨਿਆਂ ਨੂੰ ਰੋਟੀ ਟੁੱਕ ਦੇਣਾ ਦੇ ਰਹੇ ਨੇ ਗੁਰੂ ਰਾਮਦਾਸ ਸਾਹਿਬ। ਕੁੱਲ ਬਾਰੇ ਨਾ ਪੁੱਛ, ਵੱਡੀ ਵੱਡੀ ਕੁੱਲ ਵਾਲੇ ਕਹਿਣਗੇ ਧੰਨ ਰਾਮਦਾਸ ਸਤਿਗੁਰੂ ਆਪਣੇ ਚਰਨਾਂ 'ਚ ਸਾਨੂੰ ਨਿਵਾਸ ਰੱਖੀ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਕਰਦੇ ਨੇ। ਵੱਡੀਆਂ ਵੱਡੀਆਂ ਕੁੱਲਾਂ ਵਾਲੇ ਢਹਿ ਪੈਂਦੇ ਨੇ। ਜਿੱਥੇ ਮਾਲਕ ਵਾਹਿਗੁਰੂ ਤੇਰਾ ਨਾਮ, ਤੇਰੀ ਸਿਫਤ, ਤੇਰਾ ਹੋਣਾ ਵਰਤਦਾ। ਨਿਮਾਨੇ ਕੋ ਪ੍ਰਭ ਤੇਰੋ ਮਾਨ, ਜਿਹਨੂੰ ਨਿਮਾਣੇ ਨੂੰ ਕੋਈ ਨਾ ਪੁੱਛੇ। ਆਡ ਦਾਮ ਕੋ ਛੀਪਰੋ ਹੋਇਓ ਲਖੀਣਾ, ਜਿਹਨੂੰ ਕਹਿੰਦੇ ਸੀ ਉਹ ਅੱਧੀ ਕੌਡੀ ਦਾ ਛਿੰਬਾ ਹੈ, ਇਹ ਲੋਕ ਕਹਿੰਦੇ ਸਨ। ਉਹ ਕੀ ਹੋ ਗਿਆ? ਉਹ ਲੱਖਾਂ ਦਾ ਹੋ ਗਿਆ। ਜਿਹੜੇ ਬ੍ਰਾਹਮਣ ਕਹਿ ਰਹੇ ਸੀ ਚਤੌੜ ਦੇ ਰਾਣੇ ਕੋਲ ਜਾ ਕੇ ਵੀ ਅਸੀਂ ਰਵਿਦਾਸ ਨੂੰ ਵਿੱਚ ਨਹੀਂ ਬੈਠਣ ਦੇਣਾ, ਸਾਡੀਆਂ ਪੱਤਲਾਂ ਵੱਖਰੀਆਂ ਕਰੋ, ਇਸ ਚਮਾਰ ਨੂੰ ਵੱਖਰਾ ਕਰੋ। ਜਦੋਂ ਉਹਨਾਂ ਅੱਗੇ ਭੋਜਨ ਪਰੋਸਿਆ ਗਿਆ, ਸਾਰਿਆਂ ਦੇ ਸਾਹਮਣੇ ਰਵਿਦਾਸ ਬੈਠਾ ਹੋਇਆ ਪ੍ਰਤੀਤ ਹੋਇਆ। ਲੱਗ ਗਿਆ ਪਤਾ ਵੀ ਜਿਹਨੂੰ ਅਸੀਂ ਬਾਹਰ ਕੱਢਣਾ ਚਾਹਿਆ ਦੂਰ ਬਿਠਾ ਦਿੱਤਾ, ਰੱਬ ਨੇ ਫਿਰ ਚੁੱਕ ਕੇ ਸਾਡੇ ਵਿੱਚ ਹੀ ਬਿਠਾ ਦਿੱਤਾ। ਮਾਲਕ ਨਿਮਾਣਿਆਂ ਨੂੰ ਮਾਣ ਬਖਸ਼ਦਾ। ਬਾਹਮਣਾਂ ਨੇ ਪੱਤਲਾਂ ਚੁੱਕੀਆਂ, ਫਿਰ ਰਵਿਦਾਸ ਜੀ ਕੋਲ ਜਾ ਕੇ ਬਹਿ ਗਏ।
ਕਹਿਣ ਲੱਗੇ ਅਸੀਂ ਤੈਨੂੰ ਪਰੇ ਕੀਤਾ ਸੀ, ਹੁਣ ਅਸੀਂ ਤੇਰੇ ਲਾਗੇ ਬਹਿਣਾ ਚਾਹੁੰਦੇ ਹਾਂ। ਨਿਮਾਨੇ ਕੋ ਪ੍ਰਭ ਤੇਰੋ ਮਾਣ, ਮਾਲਕ ਵਾਹਿਗੁਰੂ ਤੇਰਾ ਮਾਣ ਹੈ, ਤੇਰਾ ਆਸਰਾ ਹੈ। ਸਗਲ ਘਟਾਂ ਕੋ ਦੇਵੋ ਦਾਨ, ਸਾਰਿਆਂ ਘਟਾਂ ਅੰਦਰ ਤੁਸੀਂ ਜਿਹੜੇ ਸਰੀਰ ਨੇ, ਵਜੂਦ ਨੇ, ਉਹਨਾਂ ਨੂੰ ਜੀਵਨ ਦਾ ਦਾਨ ਦਿੰਦੇ ਹੋ। ਸਾਰੇ ਵਜੂਦ ਦੇ ਅੰਦਰ ਤੇਰਾ ਨਾਮ ਹੈ, ਤੇਰੀ ਹੋਂਦ ਵਰਤਦੀ ਹੈ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਤੁਸੀਂ ਕਰਨ ਵਾਲੇ ਹੋ, ਕਰਾਉਣਾ ਜਾਣਦੇ ਹੋ। ਕਿੱਦਾਂ ਮਨ ਕਰਵਾਵਾਂਗੇ ਉਹਦੇ ਤੋਂ? ਜੋ ਉਹ ਚਾਹੇਗਾ। ਹਾਲਾਤ ਇਸ ਤਰ੍ਹਾਂ ਨੇ, ਬੰਦੇ ਨੂੰ ਕਰਨਾ ਪੈ ਜਾਂਦਾ। ਸਰਕਮਸਟੈਂਸਿਸ, ਹਾਲਾਤਾਂ ਨੂੰ ਨਹੀਂ ਬਦਲ ਸਕਦੇ ਅਸੀਂ ਕਦੇ ਵੀ। ਤਾਂ ਕਈ ਵਾਰ ਲੱਗਦਾ ਵੀ ਫੈਸਲਾ ਅਸੀਂ ਕੀਤਾ ਹੈ, ਤੁਸੀਂ ਵੇਖਿਓ ਕਦੇ, ਪਰ ਸਾਡਾ ਫੈਸਲਾ ਹਾਲਾਤਾਂ ਦੇ ਮਜਬੂਰ ਹੋ ਕੇ ਹੋਇਆ ਹੁੰਦਾ। ਸਾਨੂੰ ਲੱਗਦਾ ਹੈ ਵੀ ਫੈਸਲਾ ਸਾਡਾ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ, ਫੈਸਲਾ ਹਾਲਾਤਾਂ ਦੇ ਮੁਤਾਬਕ ਹੀ ਅਸੀਂ ਲੈਂਦੇ ਹਾਂ। ਲੱਗਦਾ ਵੀ ਅਸੀਂ ਕੀਤਾ ਹੈ, ਪਰ ਮੇਰੇ ਗੁਰਦੇਵ ਕਹਿੰਦੇ ਕਰਾਉਂਦਾ ਹੈ, ਕਰਾਉਣਾ ਜਾਣਦਾ ਹੈ ਜਿਹੜਾ ਮਾਲਕ ਵਾਹਿਗੁਰੂ ਅਕਾਲ ਪੁਰਖ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਸਾਰਿਆਂ ਘਟਾਂ ਦੇ ਅੰਦਰ ਦੀ ਬੜੀ ਬਰੀਕੀ ਨਾਲ ਜਾਣ ਪਛਾਣ ਵਾਲਾ ਹੈ, ਸਭ ਦਾ ਪਤਾ ਹੈ। ਆਪਣੀ ਗਤ ਮਿਤ ਜਾਨੋ ਆਪੇ, ਹੈ ਮੇਰੇ ਮਾਲਕ ਵਾਹਿਗੁਰੂ। ਆਪਣੀ ਗਤ, ਆਪਣੀ ਮਿਤ, ਆਪਣੀ ਅਵਸਥਾ, ਆਪਣਾ ਅੰਦਾਜ਼ਾ ਤੁਸੀਂ ਆਪ ਹੀ ਜਾਣਦੇ ਹੋ। ਸਾਡੇ ਕੋਲ ਪੈਮਾਨੇ ਨਹੀਂ ਹੈ। ਸਾਡੇ ਕੋਲ ਤੇ ਸੰਸਾਰ ਨੂੰ ਮਾਪਣ ਦਾ ਵੀ ਪੈਮਾਨਾ ਨਹੀਂ ਹੈ। ਸਾਡੇ ਕੋਲ ਤੇ ਆ ਜਿਹੜੀ ਮੰਡਲ, ਅਸੀਂ ਤਾਂ ਅਜੇ ਥੋੜ੍ਹਾ ਬਹੁਤ ਜ਼ੋਰ ਲਾ ਕੇ ਥੋੜ੍ਹਾ ਬਹੁਤ ਅਜੇ ਮੰਗਲ ਤੱਕ ਹੀ ਪਹੁੰਚੇ। ਅਜੇ ਤੇ ਖਲਾ ਪਤਾ ਨਹੀਂ ਕਿੱਡਾ ਕੁ ਵੱਡਾ ਬੇਅੰਤ ਹੈ ਮਾਲਕ ਵਾਹਿਗੁਰੂ ਦਾ। ਤੋ ਸਾਡੇ ਕੋਲ ਉਹਦੇ ਕੀਤੇ ਦਾ ਹੀ ਕੋਈ ਅੰਦਾਜ਼ਾ ਨਹੀਂ ਹੈ, ਕਰਤੇ ਦਾ ਕੀ ਹੋਏਗਾ। ਤਾਂ ਹੀ ਮੇਰੇ ਸਾਹਿਬ ਕਹਿੰਦੇ ਚੱਚਾ ਰਚਤ ਚਿੱਤਰ ਹੈ ਭਾਰੀ, ਬੜਾ ਵੱਡਾ ਚਿੱਤਰ ਹੈ ਭਾਈ। ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਆ ਤੁਸੀਂ ਸੋਚ ਕੇ ਵੇਖੋ, ਬੰਦੇ ਦਾ ਦਿਮਾਗ ਸੁੰਨ ਹੋ ਜਾਂਦਾ ਹੈ। ਤਾਂ ਹੀ ਬਾਣੀ ਕਹਿੰਦੀ ਇਹਦੀ ਵਿੱਚ ਵਿਚਾਰ ਦਾ ਅੰਤ ਕੀ ਹੈ? ਵਿਸਮਾਦ ਅੰਤ ਹੈ। ਰੱਬ ਦਾ ਪਿਆਰਾ ਜਦੋਂ ਗੁਰੂ ਦੇ ਨਜ਼ਰੀਏ ਮੁਤਾਬਕ ਰੱਬ ਦੇ ਮੰਡਲ ਨੂੰ ਤੱਕਦਾ ਹੈ, ਫਿਰ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਤੋਂ ਸਿੱਖੀ 'ਚ ਨਾਮ ਤੇ ਵਿਸਮਾਦ ਇਕੱਠੇ ਹੀ ਵਰਤ ਜਾਂਦੇ ਨੇ। ਜਿੱਥੇ ਵਿਸਮਾਦ ਹੈ ਉੱਥੇ ਹੀ ਵਾਹ ਹੋਏਗਾ। ਵਾਹ ਕਦੋਂ ਹੁੰਦਾ ਹੈ? ਵਿਸਮਾਦ 'ਚੋਂ ਹੁੰਦਾ ਹੈ। ਜਦੋਂ ਸਾਡੀ ਮੱਤ ਹਾਰਦੀ ਹੈ, ਬੁੱਧ ਹਾਰਦੀ ਹੈ, ਸਾਡੀ ਵਕੈਬਲਰੀ ਮੁੱਕ ਜਾਂਦੀ, ਆਪਾਂ ਕਹਿ ਦਿੰਦੇ ਵਾਹ ਵਾਹ। ਤੋ ਵਿਸਮਾਦ ਹੈ ਉਹ। ਕਰਤੇ ਮਾਲਕ ਵਾਹਿਗੁਰੂ ਦੀ ਰਚਨਾ ਵਿਸਮਾਦ ਨਾਲ ਭਰੀ ਹੋਈ ਹੈ, ਬੇਅੰਤ। ਤੇ ਆਪਣੀ ਗਤ ਮਿਤ ਜਾਨੋ ਆਪੇ, ਕੀ ਹੈ? ਵਿਸਮਾਦ ਹੈ ਇਹ। ਆਪਨ ਸੰਗ ਆਪ ਪ੍ਰਭ ਰਾਤੇ। ਵਾਹਿਗੁਰੂ ਤੂੰ ਆਪਣੇ ਆਪ ਦੇ ਵਿੱਚ ਆਪ ਹੀ ਓਤ ਪ੍ਰੋਤ ਹੈ। ਤੁਮਰੀ ਉਸਤਤ ਤੁਮ ਤੇ ਹੋਏ, ਤੇਰੀ ਉਸਤਤ ਤੇਰੇ ਤੋਂ ਹੀ ਹੈ। ਉਹਨੂੰ ਤੂੰ ਆਪ ਹੀ ਜਾਣਦਾ ਹੈ। ਨਾਨਕ ਅਵਰ ਨਾ ਜਾਣਸ ਕੋਏ, ਹੋਰ ਕੋਈ ਨਹੀਂ ਜਾਣਦਾ। ਜੇ ਜਾਣ ਦਾ ਦਾਵਾ ਕਰ ਰਿਹਾ ਫਿਰ ਸਮਝ ਲਓ ਝੂਠ ਬੋਲ ਰਿਹਾ ਹੈ। ਜਲ ਕੀ ਮਾਛਲੀ ਚਰੈ ਖਜ਼ੂਰ, ਉਹ ਇੱਦਾਂ ਝੂਠ ਬੋਲ ਰਿਹਾ ਹੈ। ਕੋਈ ਬੰਦਾ ਤੁਹਾਡੇ ਕੋਲ ਆ ਕੇ ਕਹੇ ਭਾਈ ਸਾਹਿਬ ਮੈਂ ਇੱਕ ਪਾਣੀ ਦੇ ਤਲਾਅ ਦੀ ਮੱਛੀ ਖਜੂਰ ਤੇ ਚੜ੍ਹਦੀ ਵੇਖੀ, ਤੁਸੀਂ ਮੰਨ ਲਓਗੇ? ਜਿਹੜੀ ਮੱਛੀ ਪਾਣੀ ਤੋਂ ਹੀ ਨਹੀਂ ਬਾਹਰ ਨਿਕਲ ਸਕਦੀ, ਜਿਹੜੇ ਖਜੂਰ ਤੇ ਹੱਥਾਂ ਬਾਹਾਂ ਵਾਲਾ ਬੰਦਾ ਹੀ ਨਹੀਂ ਚੜ੍ਹ ਸਕਦਾ, ਮੱਛੀ ਕਿੱਥੋਂ ਚੜ੍ਹ ਜਾਏਗੀ? ਐਡਾ ਵੱਡਾ ਝੂਠ ਹੈ। ਸਾਹਿਬ ਕਹਿੰਦੇ ਜੇ ਕੋਈ ਉਸ ਨੂੰ ਜਾਣਨ ਦਾ ਦਾਵਾ ਕਰਦਾ ਹੋਏ ਉਹ ਝੂਠ ਹੈ ਬਸ। ਇਸ ਵਾਸਤੇ ਹਾਂ ਜਿਹੜੇ ਜਾਣਨ ਤੁਰੇ ਉਹਦੇ 'ਚ ਮਿਟ ਗਏ, ਫਿਰ ਮੁੜੇ ਨਹੀਂ ਉਹ ਕਦੇ ਵੀ, ਅਭੇਦ ਹੀ ਹੋ ਗਏ ਉਹਦੇ ਅੰਦਰ। ਤੋ ਸਾਹਿਬ ਜੀ ਆਖਦੇ ਨੇ ਵਾਹਿਗੁਰੂ ਇਸ ਵਾਸਤੇ ਨਾਨਕ ਅਵਰ ਨਾ ਜਾਣਸ ਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਧਰਮ ਸਾਰੇ ਧਰਮਾਂ 'ਚੋਂ
श्रेष्ठ धर्म है, सब तो उत्तम है। हर को नाम जप निर्मल करम। वाहिगुरू दे नाम नूं जपना ते कर्मां दी मैल मिट जाना। साडे कोल कर्म ने, धर्म दे भी कर्म होणगे, पर मन दी मैल बड़ी उहदे चों इकट्ठी कर लई, बहुत ज़्यादा। मन ही वड्डा हो गया, साहब कहंदे हाथी वरगू। तो मेरे गुरुदेव कहंदे सब तो श्रेष्ठ धर्म है रब दा नाम, उहदा ध्यान होए ते कर्मां दी निर्लेपता होए, कर्म ना मैले होण। ते कर्मां दी निर्लेपता उदों आउंदी है जदों करता असीं रब नूं जाणदे हां। जिहड़ा कर्म दा करता आप जाण रिहा, सेवा मैं कीती है, पाठ मैं कीता है, कथा मैं कीती है, आ काम मैं कीता है, समझ लो फिर मैल जरूर पैदा होगी। भावें कर्म चंगा कीता, मुबारक है, पर मैल तो बचिया नहीं फिर वो। सो कर्म की निर्लेपता उदों आउंदी है जदों करते नूं असीं करता करके जान लैंदे हां। तो सारे धर्मां चों श्रेष्ठ धर्म है हर को नाम जप निर्मल करम, कर्म निर्मल हो जाण। सगल क्रिया मैं उत्तम क्रिया, सारियां धर्म दियां जिहड़ियां क्रियावां ने, कोई दीवा बाल रहा है, कोई धूणा ला रहा है, कोई आरती कर रहा है, कोई हवन कर रहा है, सारियां दे विच उत्तम है साध संग दुरमत मल हिरिया। जिहड़ी क्रिया तुसीं कर रहे हो, साध संगत विच बैठ के अपनी दुरमत है, जिहड़ी भैड़ी मत है, इवल इंटलैक्ट जिन्हों आपां कह लईए, मत है मत पर मैली है, उस दुरमत नूं गुरमत विच बदलिया जाए। मत है पर हुण मत मेरी नहीं, हुण गुरु दी मत है। ये कित्थों मिलनी है? साध संगत। साध संग दुरमत मल हिरिया, भैड़ी मत हिर लई, मिट गई जीवन दे अंदरों। तो सारियां क्रियां चों सब तो श्रेष्ठ, सब तो उत्तम है साध संगत। सगल उद्यम में उद्यम भला, सारे उद्यमां चों भला श्रेष्ठ उद्यम है। हर का नाम जपो जी सदा, वाहिगुरू दे नाम नूं जपना। वो घर च जप ले, दुकान च उहदा ध्यान रखे, कारोबार च ध्यान रखे, सफ़र विच जांदे उहदा ख्याल आए, हे वाहिगुरू आ लागों किन्ने लंघ रहे ने सैकलों वाले, तू मैनूं गड्डी ते बिठाया होया है। उहदा ही ध्यान बनिया रहे जीवन दे अंदर। गुरुदेव आखदे ने सब तो उत्तम है दात जिस जीवन च वरदी है। हर का नाम जपो जी सदा, सारे उद्यम उहदे चों श्रेष्ठ उद्यम है उहदी याद नाल जोड़ना। तो ये उद्यम हरेक कोई कर सकता है, कोई कार वाला, कोठी वाला, रिक्शे वाला, कोई गरीब कर सकता है। गरीब अमीर वाल वेख के रब नूं याद करे, हे वाहिगुरू इन्हें कोई पुरुषार्थ किया होना, इनू दात मिली है, मेरी झोली च भी पाई है। अमीर गरीब वाल वेख के याद करे, हे वाहिगुरू इहदे कोल गरीबी है, मैनू तू धन बख्शिया, तेरा कितना शुकराना है। जे मैनू भी इदां रखदा, फिर जे मैनू दिहाड़ी करन जाना पैंदा, जे मेरे बच्चों भी रुलना पैंदा बिना पैरों तो, बिना साधना तो, फिर की करदा। तो अमीर वेखीए उत्थे रब याद आए, गरीब अमीर वाल वेख के चेता करे किसी भी रूप दे अंदर। यह है उन्होंने सदा याद रखना, घर च होइए, सफ़र च होइए, परिवार च होइए। आ वीर भैन रसोई जान, डब्बे भरे हुण, रब दा पहलों शुकराना कर लियो। वाहिगुरू घाटा नहीं है कोई भी। आटे वाला भी डब्बा भरिया, ब्रैड भी पे ने, सब कुछ पे, तेरी याद भी जीवन च बनी रहे। तो साहब कहते सब तो चंगा उद्यम है उसका चेता जी दे अंदर जीवन च बनिया रहे। सगल बानी मैं अमृत बानी, सारियां बाणी बोलियां चों अमृत श्रेष्ठ है। अमृत शब्द श्रेष्ठ वास्ते भी आया। अमृत शब्द के अखरी अर्थ ने बिना मौत तो, जिथे मौत नहीं, जिन्हों आपां कहिए अमर। अमृत शब्द वाहिगुरू का नाम है अमृत, गुरु की दीखिया है अमृत। खंडे की पौल, ये गुरु की दीखिया है।
गुरु दी सिक्ख्या है अमृत, गुरु की बाणी तो अमृत है। तो ਸਾਹਿਬ ਆਖਦੇ ਨੇ ਉਹਦੀ ਬਾਣੀ ਅੰਮ੍ਰਿਤ ਹੋ ਗਈ, ਭਾਵ ਉਹਦੇ ਬੋਲਾਂ 'ਚ ਸਿਫਤ ਰੱਬ ਦੀ ਮੁੱਕਦੀ ਨਹੀਂ ਕਦੇ ਵੀ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਮਾਲਕ ਦਾ ਜਸ ਸੁਣਿਆ ਤੇ ਗੁਰਦੇਵ ਕਹਿੰਦੇ ਸੁਣ ਕੇ ਫਿਰ ਉਹਦਾ ਰਸ ਮਾਣਿਆ ਤੇ ਰਸਨਾ ਤੋਂ ਬਿਆਨ ਕਰਦੇ। ਜੇ ਸੁਣਿਆ ਨਹੀਂ, ਰਸਨਾ ਵੀ ਵਾਹ ਵਾਹ ਨਹੀਂ ਕਰੇਗੀ। ਜੇ ਇਸ ਬੱਚੇ ਨੇ ਜੰਮਦਿਆਂ ਕੁਝ ਸੁਣਿਆ ਨਹੀਂ, ਜ਼ੁਬਾਨ ਵੀ ਨਹੀਂ ਬੋਲੇਗੀ ਉਹਦੀ, ਭਾਵੇਂ ਠੀਕ ਹੋਏ ਸਲਾਮਤ ਹੋਏ, ਕਿਉਂਕਿ ਭਾਂਡੇ 'ਚ ਹੀ ਕੁਝ ਨਹੀਂ ਹੈ, ਕੜਛੀ ਬਾਹਰ ਕੀ ਕੱਢੇਗੀ। ਕੜਛੀ ਨੇ ਤੇ ਉਹੀ ਬਾਹਰ ਕੱਢਣਾ ਹੈ ਨਾ ਜੋ ਭਾਂਡੇ 'ਚ ਪਿਆ ਹੋਇਆ। ਜ਼ੁਬਾਨ ਤੇ ਕੜਛੀ ਹੈ ਸਾਡੀ। ਸੋ ਸਾਹਿਬ ਜੀ ਕਹਿੰਦੇ ਜਿਸ ਤੇਰੇ ਪਿਆਰੇ ਮਾਲਕ ਵਾਹਿਗੁਰੂ ਤੇਰੇ ਜਨ ਨੇ ਸੁਣਿਆ, ਫਿਰ ਸੋਹਣੀ ਰਸਨਾ ਤੋਂ ਤੇਰੀ ਮਹਿਮਾ, ਤੇਰਾ ਸ਼ੁਕਰਾਨਾ, ਵਾਹ ਵਾਹ ਤੇਰਾ ਨਾਮ ਸਿਮਰਨ ਰਸ ਲੈ ਕੇ ਉਚਾਰਦਾ। ਸਗਲ ਥਾਨ ਤੇ ਉਹ ਊਤਮ ਥਾਨ, ਸਾਰੇ ਥਾਵਾਂ ਤੋਂ ਭਾਵੇਂ ਮੁਬਾਰਕ ਹੈ, ਰੱਬ ਦੇ ਬਣਾਏ ਨੇ। ਨਾ ਕੋਈ ਦਿਸ਼ਾ ਮਾੜੀ ਹੈ, ਨਾ ਕੋਈ ਦੇਸ਼ ਮਾੜਾ ਹੈ, ਕੁਝ ਵੀ ਨਹੀਂ, ਕਿਉਂਕਿ ਸਾਰੇ ਘਟਾਂ 'ਚੋਂ ਬੈਠਾ ਹੋਇਆ। ਪਰ ਸਾਰਿਆਂ ਤੋਂ ਉੱਤਮ ਥਾਂ ਹੈ ਜਿਸ ਘਟ ਦੇ ਵਿੱਚ ਉਹ ਵਸਿਆ ਹੋਏ। ਕੋਈ ਸਰੀਰ ਐਸਾ ਨਹੀਂ ਜਿਹਦੇ 'ਚ ਰੱਬ ਨਹੀਂ ਹੈ, ਕੋਈ ਘਟ ਹਿਰਦਾ ਮਨ ਐਸਾ ਹੈ ਜਿਹਦੇ 'ਚ ਰੱਬ ਦੀ ਯਾਦ ਹੈ। ਜਿਸ ਮਨ ਵਿੱਚ ਉਹਦੀ ਯਾਦ ਵਸੀ, ਸਾਹਿਬ ਕਹਿੰਦੇ ਸਮਝ ਲਓ ਬੜਾ ਸ੍ਰੇਸ਼ਟ ਹੈ, ਬੜਾ ਮਹਾਨ ਉੱਤਮ ਹੈ। ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਜੇ ਦਾ ਅਰਥ ਹੈ ਜਿਹੜੇ, ਘਟ ਦਾ ਅਰਥ ਹੈ ਹਿਰਦੇ, ਮਨ ਵਿੱਚ, ਜਿਸ ਯਾਦ ਵਿੱਚ, ਜਿਸ ਚਿੱਤ ਵਿੱਚ, ਜਿਸ ਅਨੁਭਵ ਦੇ ਅੰਦਰ ਹੇ ਮਾਲਕ ਵਾਹਿਗੁਰੂ ਤੇਰਾ ਨਾਮ, ਤੇਰੀ ਯਾਦ ਵਸਦੀ ਹੈ, ਉਹ ਸਭ ਤੋਂ ਸ੍ਰੇਸ਼ਟ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੀਸਰੀ ਅਸ਼ਟਪਦੀ ਹੈ, ਇਹ ਵੀ ਨਾਮ ਨੂੰ ਸਮਰਪਿਤ ਕੀਤੀ। ਇੱਥੇ ਜ਼ਰੂਰ ਦੱਸਿਆ ਨਾਮ ਦੇ ਵਿੱਚ ਜਿਹੜੀਆਂ ਰੁਕਾਵਟਾਂ ਨੇ, ਜੋ ਸਾਹਿਬ ਨੇ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਜੋਗ ਅਭਿਆਸ, ਜੋ ਸਾਹਿਬ ਨੇ ਜ਼ਿਕਰ ਕੀਤਾ। ਤੇ ਸਾਰੀ ਸ਼ਲੋਕ ਦੀ ਵਿਆਖਿਆ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੁੱਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਹੇ ਭਾਈ, ਬਹੁਤ ਅਮੋਲਕ ਹੈ ਨਾਮ, ਜਿਹਦੇ ਸਰੀਰ ਦੇ ਕਰਮਾਂ ਤੋਂ, ਰਸਨਾ ਤੋਂ ਤੁਰਦਾ ਤੁਰਦਾ ਘਟ ਹਿਰਦੇ ਅਨੁਭਵ ਦੇ ਵਿੱਚ ਵਰਤ ਜਾਏ, ਉਹਦੇ ਤੋਂ ਸੰਸਾਰ 'ਚ ਕੋਈ ਉੱਤਮ, ਕੋਈ ਮਹਾਨ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਬਖਸ਼ਿਸ਼ ਕਿਰਪਾ ਕਰਨ। ਸਾਹਿਬ ਜੀ ਦੀ ਪਾਵਨ ਸੰਗਤ ਦੇ ਸਹਾਰੇ ਨਾਲ ਅਸੀਂ ਵੀ ਗੁਰੂ ਉਪਦੇਸ਼ ਨੂੰ ਸੁਣ ਕੇ ਜੀਵਨ ਵਿੱਚ ਧਾਰਨ ਕਰ ਸਕੀਏ, ਤਾਂ ਜੋ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋ ਜਾਵਣ। ਪਿਆਰ ਸਹਿਤ ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ